पग पंकज बंदन, पग पंकज बंदन। सिमरो अंगद दुख निकंदन, अमरदास गुर हृदय ध्यामो, गुर हृदय ध्यामो। श्री गुरु रामदास गुण गावो, गुरु अर्जन बिघ्नन के नाशक, बिघ्नन के नाशक। श्री हरगोबिंद शुभ सुमत प्रकाशक, श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम किरपाला, वाहिगुरु परम किरपाला। श्री गुरु गोबिंद सिंह विसाला, जिसमें है अमृत ज्ञान है, माणक भगत बैराग। श्री गुरु ग्रंथ साहिब उदद बंदों कर अनुराग। श्री गुर शब्द कमाए जिन, जेते पंच विकार। तिन संतन को बंदना, सिर चरणन भर तार। सिर चरणन पर तार। एकंकारा सतगुरु तेह प्रसाद सच होए। वाहिगुरु जी की फतेह। विघ्न विनाशन सोए। धन धन सच्चे पातशाह गरीब नवाज दीन दुनिया दे मालक, चवर छतर तखत दे मालक, समर्थ गुरु परतख गुरु, दीन दयाल कृपाल अंतरजामी पूਰਨ पार ब्रह्म परमेश्वर। वाहिगुरु परमेश्वर जी का सरगुण स्वरूप, सारी दुनिया नूं तारण वाले, सबना दे सांझे सतगुरु, बहुते वड्डे परोपकारी सच्चे पातशाह, दीन दयाल कृपाल पूਰਨ पार ब्रह्म परमेश्वर। धन 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 सतगुरु, धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु सच्चे पातशाह जी की परम पवित्र पावन हाजरी दे विच, सतगुरु जी के चरणों दे विच सुभाएमान गुरु जी की प्यारी साजी नवाजी साध संगत जीओ, गुरु जी ने बड़ी किरपा की है, बख्शिश की है। आपां नूं अपनी हजूरी में आके बैठण दा, संगत करन दा, दर्शन करन दा
ਸੁਭਾਗ ਭਰਿਆ ਸਮਾਂ ਬਖਸ਼ਿਸ਼ ਪ੍ਰਾਪਤ ਹੋਈ ਹੈ, ਜਿੱਥੇ ਆਪ ਜੀ ਸਭ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੈਠੇ ਹੋ। ਭਾਈ ਬਲਦੇਵ ਸਿੰਘ ਜੀ ਸਹਿਮੀ ਲੰਮੇ ਸਮੇਂ ਵਾਸਤੇ ਆਏ ਜੀ। ਇਹ ਸਾਡੇ ਲਈ ਇੱਕ ਉਦਾਹਰਣ ਬਣ ਗਈ ਜੀ। ਇੰਗਲੈਂਡ ਤੋਂ ਉਚੇਚਾ 4.5 ਮਹੀਨੇ ਵਾਸਤੇ ਕਥਾ ਸੁਣਨ ਵਾਸਤੇ ਹੀ ਆਏ ਜੀ। 4.5 ਮਹੀਨੇ ਲਈ ਕਥਾ ਸੁਣਨ ਲਈ ਆਏ। MK ਹੋਟਲ ਵਿੱਚ ਰਹਿਣਾ, ਉੱਥੋਂ ਦਾ ਕਿਰਾਇਆ ਭਰਨਾ, ਤੇ ਫਿਰ ਰੋਜ਼ ਸ਼ਾਮ ਨੂੰ ਆ ਕੇ ਹਾਜ਼ਰੀ ਭਰਨੀ। ਫਿਰ ਭਾਈ ਸੰਤੋਖ ਸਿੰਘ ਜੀ ਤੇ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਜੀ ਇੰਗਲੈਂਡ ਤੋਂ ਉਹ ਵੀ ਆਏ ਹਨ। ਉਹਨਾਂ ਦੇ ਨਾਲ ਸਤਿਕਾਰਯੋਗ ਬੀਬੀ ਤ੍ਰਿਪਤਪਾਲ ਕੌਰ ਜੀ, ਇਹੋ ਨਾਮ ਜੀ, ਤ੍ਰਿਪਤਪਾਲ ਕੌਰ ਜੀ, ਉਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰੀ ਹੈ। ਬੜੇ ਪਿਆਰ ਨਾਲ, ਰਸ ਦੇ ਨਾਲ ਜੁੜ ਕੇ ਗੁਰਬਾਣੀ ਦਾ ਕੀਰਤਨ ਉਹਨਾਂ ਨੇ ਕੀਤਾ। ਆਪ ਜੀ ਸੰਗਤਾਂ ਨੇ ਇਹ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਕੀਰਤਨ ਸਰਵਣ ਕੀਤਾ ਜੀ। ਚੇਤਾ ਰੱਖਿਓ, ਮਾਇਆ ਲੈ ਕੇ ਕਥਾ ਕੀਰਤਨ ਕਰਨਾ ਤੇ ਪ੍ਰੇਮ ਦੇ ਨਾਲ ਕਰਨਾ ਜੀ, ਨਿਸ਼ਕਾਮ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਕਰਨਾ, ਦੋਵਾਂ ਵਿੱਚ ਫਰਕ ਹੁੰਦਾ ਸਾਧ ਸੰਗਤ ਜੀ। ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲੱਗ ਹੈ, ਇਹ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ। ਸਾਧੂ ਕੌਣ ਜੀ? ਕਮਾਈ ਵਾਲਾ ਜੀ, ਜਿਹੜਾ ਆਪਣੇ ਜੀਵਨ ਨੂੰ ਸਾਧ ਰਿਹਾ ਜੀ। 9 ਦੁਆਰੇ ਸਾਧ ਸਾਧ ਸਦਾਇਆ, ਜਿਹਨੇ 9 ਦੁਆਰੇ ਸਾਧ ਲਏ ਜੀ। ਆਪਣੀਆਂ ਅੱਖਾਂ, ਨੱਕ, ਕੰਨ, ਮੁੱਖ, ਇਹ ਸਾਰਾ ਕੁਝ 9 ਦੁਆਰੇ ਜਿਹੜੇ ਆ ਨਾ ਜੀ, ਇਹ ਸਾਧ ਲਏ ਜੀ। ਇਹਨਾਂ ਨੂੰ ਸਹੀ ਮਰਿਆਦਾ ਵਿੱਚ ਲੈ ਆਂਦਾ, ਉਹ ਸਾਧੂ ਪੁਰਸ਼ ਹੈ ਸਾਧ ਸੰਗਤ ਜੀ। ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਤੇਹੋ ਗੁਣ, ਰਜੋ ਗੁਣ, ਸਤੋ ਗੁਣ, ਤਮੋ ਗੁਣ ਜੀ। ਹਾਂਜੀ, ਰਜੋ ਗੁਣ ਰਾਜਸੀ ਗੁਣ, ਤਮੋ ਗੁਣ ਗੁੱਸੇ ਵਾਲਾ ਸੁਭਾਅ, ਰਜੋ ਗੁਣ ਹੁੰਦਾ ਟੌਰ ਟਪੱਕੇ ਵਾਲਾ ਜੀ, ਸਤੋ ਗੁਣ ਸਾਦਗੀ ਵਾਲਾ ਜੀ। ਜਿਹੜਾ ਸਾਧੂ ਪੁਰਸ਼ ਹੈ ਨਾ ਜੀ, ਉਹ ਇਹਨਾਂ ਤਿੰਨਾਂ ਗੱਲਾਂ ਤੋਂ ਅੱਗੇ ਲੰਘ ਜਾਂਦਾ ਜੀ। ਤਿੰਨਾਂ ਤੋਂ ਅੱਗੇ ਲੰਘ ਜਾਂਦਾ। ਨਾ ਉਹਨੂੰ ਟੌਰ ਟਪੱਕੇ ਨਾਲ ਮਤਲਬ ਹੁੰਦਾ ਜੀ, ਨਾ ਉਹਨੂੰ ਉਹਦੇ ਵਿੱਚ ਤਮੋ ਗੁਣ ਹੁੰਦਾ, ਤੇ ਸਤੋ ਗੁਣ ਤੋਂ ਵੀ ਅੱਗੇ ਲੰਘ ਜਾਂਦਾ ਜੀ ਉਹ ਜੀ। ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਨਹਿ ਤੇਤਾ ਬਖਿਆਨੈ। ਮਹਾਰਾਜ ਨੇ ਬੜੇ ਬਚਨ ਗੁਰਮੁਖਾਂ ਸਾਧੂਆਂ ਦੇ ਪਰਥਾਏ ਆਖੇ ਜੀ। ਸੋ ਬੀਬੀ ਤ੍ਰਿਪਤਪਾਲ ਕੌਰ ਜੀ ਦੱਸ ਰਹੇ ਸੀ, ਇਹਨਾਂ ਦੇ ਪੜਦਾਦਾ ਜੀ ਬਾਬਾ ਜੀ ਬਾਬਾ ਆਨੰਦ ਸਿੰਘ ਜੀ ਨੂੰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸੁਣਾਉਂਦੇ ਹੁੰਦੇ ਸੀਗੇ ਜੀ। ਬਾਬਾ ਸੁੱਖਾ ਸਿੰਘ ਜੀ, ਇਹਨਾਂ ਦੇ ਪੜਦਾਦਾ ਜੀ, ਇੰਨੇ ਵੱਡੇ ਮਹਾਂਪੁਰਖਾਂ ਦੇ ਕੋਲ ਰਹਿ ਕੇ ਉਹਨਾਂ ਦਾ ਪਿਆਰ ਮਾਣਦੇ ਰਹੇ ਜੀ। ਉਹ ਫਿਰ ਵੱਡਿਆਂ ਦੀ ਕਮਾਈ ਦਾ ਅਸਰ ਹੁੰਦਾ, ਅੱਗੋਂ ਪਰਿਵਾਰ ਦੇ ਵਿੱਚ ਉਹ ਅਸਰ ਥੋੜ੍ਹਾ ਬਹੁਤਾ ਆ ਹੀ ਜਾਂਦਾ ਸਾਧ ਸੰਗਤ ਜੀ। ਆਪ ਜੀ ਨੇ ਸ਼ਬਦ ਸਰਵਣ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ, ਜੀਵ ਇੱਕ ਹੈ, ਹੇ ਵਾਹਿਗੁਰੂ ਤੇਰੇ ਗੁਣ ਬੜੇ ਹੈ, ਜਿਹਵਾ ਏਕ ਕਵਨ ਗੁਣ ਕਹੀ ਹੈ। ਜੀਵ ਇੱਕ ਹੈ ਜੀ, ਹਰ ਇੱਕ ਬੰਦੇ ਨੂੰ ਜੀਵ ਇੱਕ ਹੀ ਲਾਈ ਵਾਹਿਗੁਰੂ ਨੇ, ਜੀਵ ਇੱਕ ਹੀ ਲੱਗੀ ਜੀ। ਹਾਂਜੀ, ਅੱਖਾਂ 2 ਨੇ, ਕੰਨ 2 ਨੇ, ਪਰ ਜੀਭ ਵਾਹਿਗੁਰੂ ਨੇ ਇੱਕ ਲਾਈ ਹੈ ਜੀ। ਨੱਕ ਵੀ 2 'ਚ, ਨੱਕ ਇੱਕ ਨਹੀਂ ਹੈਗਾ ਜੀ। ਨਾਸਕਾ 2 ਨੇ ਜੀ ਇਹ। ਹਾਂਜੀ, ਤੇ ਸੱਜੀ ਨਾਸਕਾ, ਖੱਬੀ ਨਾਸਕਾ, ਤੇ ਜੀਭ ਇੱਕ ਹੈ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਜਿਹਵਾ ਏਕ, ਹੇ ਵਾਹਿਗੁਰੂ ਅਸੀਂ ਹੈਗੇ ਸੰਸਾਰੀ ਬੰਦੇ, ਸਾਡੀ ਜੀਭ ਇੱਕ ਹੈ, ਤੁਹਾਡੇ ਗੁਣ ਅਨੇਕ ਨੇ। ਮਹਾਰਾਜ ਜਿਹਵਾ ਏਕ ਕਵਣ ਗੁਣ ਕਹੀ, ਕਿੰਨੇ ਕੁ ਗੁਣ ਬਿਆਨ ਕਰ ਲਾਂਗੇ, ਕਿੰਨੇ ਕੁ ਕਰ ਲਾਂਗੇ ਜੀ। ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਅੱਜ ਤੱਕ ਉਸ ਵਾਹਿਗੁਰੂ ਦਾ ਅੰਤ ਨਹੀਂ ਕਿਸੇ ਨੇ ਲਿਆ ਜੀ। ਭਾਵ ਅੰਤ ਨਹੀਂ ਕੋਈ ਪ੍ਰਾਪਤ ਕਰ ਸਕਿਆ ਵੀ ਉਹਦਾ ਅੰਤ ਕਿੱਥੇ ਕੁ ਜਾ ਕੇ ਹੈਗਾ ਜੀ, ਉਹਦੇ ਗੁਣਾਂ ਦਾ ਜੀ।
ਆਓ ਪ੍ਰੇਮ ਨਾਲ ਇਹ ਪੰਕਤੀ ਪੜ੍ਹੀਏ, ਨਾਲੇ ਬਾਜਾਂ ਵਾਲੇ ਸਤਿਗੁਰਾਂ ਦਾ ਵੀ ਧਿਆਨ ਧਾਰੀਏ ਜੀ। ਤੁਸੀਂ ਮਹਾਰਾਜ ਦੀ ਕਥਾ ਸੁਣ ਰਹੇ ਹੋ ਸੰਗਤ ਜੀ। ਇੰਨੇ ਗੁਣ ਗੁਰੂ ਗੋਬਿੰਦ ਸਿੰਘ ਜੀ ਵਿੱਚ, ਇੰਨੇ ਗੁਣ, ਗੁਣਾਂ ਦਾ ਅੰਤ ਹੀ ਕੋਈ ਨਹੀਂ ਹੈਗਾ ਜੀ। ਪਿਆਰ ਨਾਲ ਪੰਕਤੀ ਪੜ੍ਹੀਏ। ਤੇਰੋ ਅੰਤ ਨ ਕਿਨਹੀ ਲਹੀਐ, ਤੇਰੋ ਅੰਤ ਨ ਕਿਨਹੀ ਲਹੀਐ, ਤੇਰੋ ਅੰਤ ਨ, ਤੇਰੋ ਅੰਤ ਨ ਕਿਨਹੀ ਲਹੀਐ, ਤੇਰੋ ਅੰਤ ਨ ਕਿਨਹੀ ਲਹੀਐ, ਤੇਰੋ ਅੰਤ ਨ ਕਿਨਹੀ ਲਹੀਐ। ਜਪੋ ਪ੍ਰੇਮ ਨਾਲ। ਤੇਰੋ ਲਹੀਐ, ਤੇਰੋ ਅੰਤ ਨ ਕਿਨਹੀ ਲਹੀਐ, ਤੇਰੋ ਅੰਤ ਨ ਕਿਨਹੀ ਲਹੀਐ। ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਏ। ਪੰਕਤੀਆਂ ਤੇ ਬੜੀ ਬੜੀ ਸੁਣੀਆਂ ਹੁੰਦੀਆਂ, ਪਰ ਜਦੋਂ ਹਿਰਦੇ 'ਚ ਪ੍ਰੇਮ ਪੈਦਾ ਹੁੰਦਾ ਨਾ ਜੀ, ਫਿਰ ਇਹਨਾਂ ਪੰਕਤੀਆਂ ਨੂੰ ਪੜ੍ਹ ਪੜ੍ਹ ਕੇ ਆਨੰਦ ਆਉਣ ਲੱਗ ਪੈਂਦਾ ਹੈ ਜੀ। ਪਹਿਲਾਂ ਜਿੰਨਾ ਚਿਰ ਪ੍ਰੇਮ ਨਹੀਂ ਹੈਗਾ, ਪੜ੍ਹਨ ਸੁਣਨ ਦਾ ਫਲ ਤੇ ਮਿਲਦਾ, ਆਨੰਦ ਨਹੀਂ ਤੇ ਆਉਂਦਾ ਜੀ। ਪ੍ਰੇਮ ਨਾ ਹੋਵੇ ਜੀ, ਫਲ ਮਿਲੇਗਾ ਸੁਣਨ ਦਾ ਵੀ ਤੇ ਪੜ੍ਹਨ ਦਾ ਵੀ, ਪਰ ਜਦੋਂ ਅੰਦਰ ਪ੍ਰੇਮ ਪੈਦਾ ਹੋਵੇ ਫਿਰ ਇਹਨਾਂ ਪੰਕਤੀਆਂ ਨੂੰ ਪੜ੍ਹ ਸੁਣ ਕੇ ਆਨੰਦ ਪ੍ਰਾਪਤ ਹੋਣ ਲੱਗ ਪੈਂਦਾ ਜੀ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਬਾਜਾਂ ਵਾਲੇ ਸਤਿਗੁਰਾਂ ਦੀ ਆਪਾਂ ਕਥਾ ਸੁਣ ਰਹੇ ਹਾਂ। ਪਿਆਰ ਨਾਲ ਸਾਰੇ ਕਹੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਆਨੰਦਾਂ ਦੀ ਪੂਰੀ ਆਨੰਦਪੁਰ ਸਾਹਿਬ ਦੇ ਵਿੱਚ ਚਰਨ ਪਾ ਕੇ ਉਸ ਧਰਤੀ ਨੂੰ ਭਾਗ ਲਾ ਰਹੇ ਨੇ। ਉਮਰ ਸਤਿਗੁਰੂ ਜੀ ਦੀ ਉਸ ਸਮੇਂ ਮਹਿਜ 16 ਸਾਲ ਦੀ ਹੈ ਜੀ। ਬੜਾ ਵੱਡਾ ਤੇਜ ਪ੍ਰਤਾਪ ਹੈ ਸਤਿਗੁਰੂ ਜੀ ਦਾ। ਰਾਜਾ ਭੀਮ ਚੰਦ ਜਿਹੜਾ ਪਹਾੜੀ ਰਾਜਿਆਂ ਦਾ ਮੁਖੀ ਹੈ, ਇਹ ਉਹ ਤੇਜ ਪ੍ਰਤਾਪ ਵੇਖ ਕੇ ਜਰ ਨਹੀਂ ਰਿਹਾ ਜੀ। ਹਾਥੀ ਨੂੰ ਮੰਗਾਉਣ ਦਾ ਯਤਨ ਕੀਤਾ ਵੀ ਜਿਹੜਾ ਪ੍ਰਸਾਦੀ ਹਾਥੀ ਗੁਰੂ ਗੋਬਿੰਦ ਸਿੰਘ ਜੀ ਉੱਤੇ ਚੌਰ ਕਰਦਾ, ਉਹ ਮੇਰੇ ਸਿਰ ਉੱਤੇ ਕਰੇ ਜੀ। ਉਹਨੂੰ ਉਹ ਲੈਣਾ ਚਾਹੁੰਦਾ, ਉਹਦੇ ਵਾਸਤੇ ਛੜਯੰਤਰ ਵੀ ਰਚਦਾ ਜੀ। ਪਹਿਲਾਂ ਉਹਨੇ ਵਕੀਲ ਨੂੰ ਭੇਜਿਆ, ਫਿਰ ਸਭ ਤੋਂ ਪਹਿਲਾਂ ਉਹਦਾ ਵਜ਼ੀਰ ਆਇਆ ਜੀ, ਫਿਰ ਭੀਮ ਚੰਦ ਆਪ ਆਇਆ ਜੀ, ਮਿਲ ਗਿਲ ਗਿਆ ਜੀ। ਫਿਰ ਉਹਨੇ ਆਪਣਾ ਵਕੀਲ ਭੇਜਿਆ, ਫਿਰ ਉਹਨੇ ਕੋਤਵਾਲ ਭੇਜਿਆ, ਤੇ ਤੁਸੀਂ ਸੁਣਿਆ ਮਹਾਰਾਜ ਨੇ ਹਰ ਵਾਰ ਇੱਕੋ ਹੀ ਗੱਲ ਕਹੀ ਹੈ ਵੀ ਜਿੰਨੇ ਸਾਡੇ ਕੋਲ ਆਉਣਾ ਸਰਲ ਹੋ ਕੇ ਆਵੇ, ਆਪਣਾ ਅੰਦਰੋਂ ਬਾਹਰੋਂ ਸਰਲ ਹੋ ਕੇ ਆਵੇ, ਉਹਨੂੰ ਪ੍ਰਾਪਤੀ ਹੋਏਗੀ। ਮੁਆਫ ਕਰਿਓ, ਅੱਜ ਗੁਰੂ ਘਰ ਵਿੱਚ ਆਉਣ ਵਾਲਿਆਂ ਦੀ ਕਮੀ ਨਹੀਂ ਹੈਗੀ ਸਾਧ ਸੰਗਤ ਜੀ। ਮੈਂ ਵੇਖਿਆ ਬੜੇ ਬੜੇ ਨੇਮ ਨਾਲ ਕਈ ਸਾਲਾਂ ਤੋਂ ਆ ਰਹੇ ਆ, ਉਸ ਟਾਈਮ ਆਉਂਦੇ ਜਦੋਂ ਕੋਈ ਨਹੀਂ ਆਉਂਦਾ, ਪਰ ਸਾਧ ਸੰਗਤ ਜੀ ਅੰਦਰ ਸਰਲ ਨਹੀਂ ਹੈਗਾ, ਅੰਦਰ ਨੂੰ ਭਾਗ ਨਹੀਂ ਲੱਗਾ ਜੀ। ਹਿਰਦਾ ਸਰਲ ਨਹੀਂ ਹੈਗਾ। ਭੀਮ ਚੰਦ ਕੋਤਵਾਲ ਨੂੰ ਭੇਜਦਾ, ਕੋਤਵਾਲ ਭੀਮ ਚੰਦ ਨੂੰ ਸਮਝਾਉਂਦਾ ਵੀ ਤੂੰ ਗੁਰੂ ਸਾਹਿਬ ਨਾਲ ਵੈਰ ਨਾ ਕਰ, ਸਤਿਗੁਰੂ ਬੜੇ ਵੱਡੇ ਹੈ। ਭੀਮ ਚੰਦ ਕੁਝ ਸਮੇਂ ਲਈ ਹਾਥੀ ਲੈਣ ਦੀ ਗੱਲ ਛੱਡ ਦਿੰਦਾ ਜੀ, ਵੀ ਕੁਝ ਸਮਾਂ ਇਹ ਗੱਲ ਨਹੀਂ ਮੈਂ ਕਰਦਾ, ਜਦੋਂ ਮੇਰੇ ਪੁੱਤ ਦਾ ਵਿਆਹ ਹੋਏਗਾ ਹਾਥੀ ਵੀ ਲਵਾਂਗਾ, ਤੰਬੋਲ ਵੀ ਲਵਾਂਗਾ। ਚਲੋ ਉੱਧਰ ਤੇ ਗੱਲ ਮੁੱਕ ਗਈ। ਕੱਲ ਤੁਸੀਂ ਸੁਣਿਆ ਗੁਰੂ ਘਰ ਵਿੱਚ ਰਹਿੰਦੇ ਨੇ ਮਸੰਦ,
ਪਰ ਭਜਨ ਬੰਦਗੀ ਨਹੀਂ ਹੈਗੀ, ਸੇਵਾ ਸਿਮਰਨ ਨਹੀਂ ਹੈਗਾ, ਉਹਨਾਂ ਦਾ ਮਨ ਕਿਵੇਂ ਡਾਵਾਂਡੋਲ ਹੋ ਜਾਂਦਾ ਜੀ। ਸਤਿਗੁਰੂ ਜੀ ਦੇ ਖਿਲਾਫ ਮਾਤਾ ਜੀ ਨੂੰ ਕਰਕੇ ਤੇ ਮਾਤਾ ਜੀ ਮਹਾਰਾਜ ਨੂੰ ਸਮਝਾਉਂਦੇ ਵੀ ਪੁੱਤਰ ਜੀ ਇਹ ਪਹਾੜੀ ਰਾਜਿਆਂ ਦੇ ਨਾਲ ਆਪਾਂ ਕਿਉਂ ਮੱਥਾ ਲਾਉਣਾ। ਕੱਲ ਤੁਸੀਂ ਸੁਣਿਆ ਮਹਾਰਾਜ ਨੇ ਬਚਨ ਕੀਤਾ, ਮਾਂ ਜੀ ਸਾਡੀ ਡਿਊਟੀ ਅਕਾਲ ਪੁਰਖ ਜੀ ਨੇ ਪੰਥ ਸਾਜਣ ਦੀ ਲਾਈ ਹੈ, ਅਸੀਂ ਪੰਥ ਸਾਜਣਾ, ਵੈਰੀਆਂ ਦਾ ਨਾਸ਼ ਕਰਨਾ, ਤੇ ਨਾਲ ਗੁਰੂ ਸਾਹਿਬ ਨੇ ਜਿਹੜੇ ਬਚਨ ਕੀਤੇ ਉਹ ਤੁਸੀਂ ਕੱਲ ਸੁਣੇ ਸਾਧ ਸੰਗਤ ਜੀ। ਮਹਾਰਾਜ ਨੇ ਕਿਹਾ ਵੀ ਜਿਹੜਾ ਤੇ ਰੱਖੇਗਾ ਸਾਡੇ ਤੇ ਭਰੋਸਾ, ਜਿਹੜਾ ਤੇ ਮੰਨੇਗਾ ਗੁਰੂ ਘਰ ਨੂੰ, ਗੁਰੂ ਸਾਹਿਬ ਕਹਿੰਦੇ ਮਾਂ ਜੀ ਲੋਕ ਤੇ ਪਰਲੋਕ ਦੋਵਾਂ ਥਾਵਾਂ ਤੇ ਉਹਦਾ ਭਲਾ ਕਰਾਂਗਾ, ਤੇ ਜਿਹੜਾ ਕਰੇਗਾ ਛਲ ਉਹਦਾ ਲੋਕ ਵੀ ਜਾਵੇਗਾ, ਉਹਦਾ ਪਰਲੋਕ ਵੀ ਜਾਵੇਗਾ। ਮੈਂ ਵੇਖਿਆ ਸਾਧ ਸੰਗਤ ਜੀ, ਖਡੂਰ ਸਾਹਿਬ ਜਾਓ, ਖਡੂਰ ਸਾਹਿਬ ਤੇ ਇੱਕ ਕੋਠੀ ਹੈਗੀ ਜਿੱਥੇ ਕਬੂਤਰ ਵੀ ਨਹੀਂ ਬੋਲਦੇ ਜੀ, ਬੜੀ ਉਜਾੜ ਸੀਗੀ। ਕਿਸੇ ਸਮੇਂ ਉਸ ਕੋਠੀ ਦੇ ਮਾਲਕ ਦੀ ਬੜੀ ਦਹਿਸ਼ਤ ਹੁੰਦੀ ਸੀਗੀ। ਉਸ ਕੋਠੀ ਦੇ ਮਾਲਕ ਨੇ ਛਲ ਕਰਕੇ, ਧੋਖਾ ਕਰਕੇ ਬਾਬਾ ਸੇਵਾ ਸਿੰਘ ਜੀ ਨੂੰ ਪੁਲਿਸ ਨੂੰ ਫੜਵਾਇਆ ਸੀਗਾ ਜੀ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਜਿਹੜੇ, ਪੁਲਿਸ ਨੇ ਬੜਾ ਤਸ਼ੱਦਦ ਵੀ ਕੀਤਾ ਜਦੋਂ ਮਾੜਾ ਦੌਰ ਚੱਲਿਆ ਜੀ। ਬਾਬਿਆਂ ਦੇ ਉੱਤੇ ਤਸ਼ੱਦਦ ਵੀ ਕੀਤਾ। ਅੱਜ ਤੱਕ ਉਹ ਬਾਬਾ ਸੇਵਾ ਸਿੰਘ ਜੀ ਨਾ ਜੀ, ਜਿਵੇਂ ਇੱਕ ਸਧਾਰਨ ਪੁਰਸ਼ ਤੁਰਦਾ ਉਵੇਂ ਤੁਰ ਨਹੀਂ ਸਕਦੇ ਜੀ, ਥੋੜਾ ਜਿਹਾ ਲੰਗ ਵੱਜਦਾ ਜੀ, ਤੁਸੀਂ ਧਿਆਨ ਨਾਲ ਵੇਖਿਓ। ਉਸ ਬੰਦੇ ਨੇ ਧੋਖਾ ਕਰਕੇ ਮਹਾਂਪੁਰਖਾਂ ਨੂੰ ਫੜਾਇਆ। ਅੱਜ ਸਾਰਾ ਪਰਿਵਾਰ ਹੀ ਉੱਜੜ ਗਿਆ ਸਾਧ ਸੰਗਤ ਜੀ, ਘਰ ਕਾਂ ਬੋਲਦੇ ਜੀ। ਆ ਪੱਖਾ ਘੱਟ ਕਰਵਾ, 1 ਪੁਆਇੰਟ ਘੱਟ ਕਰ, ਘਰ ਕਾਂ ਬੋਲਦੇ ਜੀ, ਕਾਂ। ਹਾਂ, ਉਹਦੀ ਕੋਠੀ ਹੈਗੀ ਜੀ ਉੱਥੇ ਖੇਤਾਂ ਦੇ ਵਿੱਚ ਘਰ ਬਣਿਆ, ਤੇ ਤੁਸੀਂ ਜਾ ਕੇ ਵੇਖ ਸਕਦੇ ਹੋ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮਾਤਾ ਜੀ ਜਿਹੜੇ ਤੇ ਕਰਨਗੇ ਛਲ ਉਹਨਾਂ ਦਾ ਲੋਕ ਵੀ ਜਾਵੇਗਾ, ਉਹਨਾਂ ਦਾ ਪਰਲੋਕ ਵੀ ਜਾਵੇਗਾ। ਤੁਸੀਂ ਇੱਥੇ ਬੈਠੇ ਹੋ ਨਾ, ਆਪਾਂ ਆਪਣੇ ਸਤਿਗੁਰੂ ਆਪਣੇ ਮਾਲਕ ਦੇ ਚਰਨਾਂ 'ਚ ਬੈਠੇ ਆ, ਸ਼ਰਧਾ ਰੱਖ ਰਹੇ ਆ, ਜ਼ਰੂਰ ਲੋਕ ਵੀ ਸੁਖੀ ਹੋਏਗਾ, ਪਰਲੋਕ ਵੀ ਸੁਖੀ ਹੋਏਗਾ ਜੀ। ਮਹਾਰਾਜ ਕਹਿਣ ਲੱਗੇ ਭੀਮ ਚੰਦ ਨੂੰ ਅਸੀਂ ਤੇ ਕੁਝ ਨਹੀਂ ਕਵਾਂਗੇ, ਪਰ ਜੇ ਇਹ ਆਪ ਇੰਜ ਕਰਦਾ ਰਿਹਾ ਤੇ ਫਿਰ ਤਲਵਾਰ ਦੀ ਧਾਰ ਤੇ ਹੈਗੀ ਹੈ। ਮਾਤਾ ਜੀ ਗੱਲਾਂ ਸੁਣ ਕੇ ਉੱਠੇ ਮਾਤਾ ਗੁਜਰੀ ਜੀ, ਪਰ ਮਾਂ ਗੁਜਰੀ ਜੀ ਇੱਕ ਗੱਲ ਕਹਿੰਦੇ ਆ ਫਿਰ ਵੀ ਲਾਲ ਜੀ ਕਿਉਂ ਭੀਮ ਚੰਦ ਨਾਲ ਆਪਾਂ ਵੈਰ ਕਰਨਾ। ਮਹਾਰਾਜ ਕਹਿੰਦੇ ਅਸੀਂ ਵੈਰ ਨਹੀਂ ਕਰ ਰਹੇ। ਹੁਣ ਬਾਕੀ ਮਸੰਦਾਂ ਨੇ ਮਾਤਾ ਜੀ ਨੂੰ ਸਮਝਾਇਆ ਸੀ, ਤੇ ਸਤਿਗੁਰੂ ਜੀ ਦੇ ਮਸੰਦ ਭਾਈ ਨੰਦ ਚੰਦ ਜੀ ਉਹ ਫਿਰ ਬੋਲ ਪਏ ਜੀ, ਉਹਨਾਂ ਕੋ ਰਿਹਾ ਨਹੀਂ ਗਿਆ। ਸਾਰੀ ਸਭਾ ਵਿੱਚ ਮਾਂ ਗੁਜਰੀ ਜੀ ਨੂੰ ਕਹਿਣ ਲੱਗੇ ਮਾਤਾ ਜੀ ਇਹ ਮੂਰਖ ਲੋਕ ਮੇਰੇ ਸਤਿਗੁਰੂ ਦੀ ਮਹਿਮਾ ਨੂੰ ਨਹੀਂ ਜਾਣਦੇ। ਕੀ ਹੈ ਭੀਮ ਚੰਦ ਕਹਿੰਦੇ, ਕੀ ਹੈ ਭੀਮ ਚੰਦ? ਜੇ ਗੁਰੂ ਸਾਹਿਬ ਸੂਰਜ ਨੇ ਨਾ ਤੇ ਭੀਮ ਚੰਦ ਟਟੈਣਾ ਹੈਗਾ, ਟਟੈਣਾ ਭਾਵ ਜੁਗਨੂ ਹੈਗਾ। ਕਿੱਥੇ ਸੂਰਜ ਕਿੱਥੇ ਜੁਗਨੂ, ਜੁਗਨੂ ਸੂਰਜ ਦਾ ਮੁਕਾਬਲਾ ਕਰ ਲੇਗਾ। ਮਾਂ ਜੀ ਸਤਿਗੁਰੂ ਨੇ ਸਮੁੰਦਰ, ਉਹ ਪਾਣੀ ਦਾ ਇੱਕ ਕਿਣਕਾ ਹੈ, ਉਹ ਸਤਿਗੁਰੂ ਦਾ ਮੁਕਾਬਲਾ ਕਰ ਲੇਗਾ। ਮਾਂ ਜੀ ਸੱਚੇ ਪਾਤਸ਼ਾਹ ਮੰਨ ਲਓ ਵੀ ਜੇ ਹਾਥੀ ਨੇ ਉਹ ਕੀੜੀ ਹੈ, ਆਖੋ ਵਾਹਿਗੁਰੂ। ਤੇ ਹਜ਼ਾਰਾਂ ਕੀੜੀਆਂ ਹਾਥੀ ਦੇ ਪੈਰਾਂ ਥੱਲੇ ਖਤਮ ਹੋ ਜਾਂਦੀਆਂ। ਇਹ ਨਹੀਂ ਵੀ ਹੁਣ ਮਹਾਰਾਜ ਹਾਥੀ ਇੱਕ ਪ੍ਰਮਾਣ ਦੇ ਰਹੇ ਜੀ, ਉਹ ਪ੍ਰਮਾਣ ਦੇ ਰਹੇ ਜੀ। ਕਹਿਣ ਲੱਗੇ ਸ਼ੇਰ ਦੇ ਸਾਹਮਣੇ
ਗਿੱਦੜ ਕੀ ਕਰ ਲੇਗਾ? ਮਾਂ ਜੀ ਸਾਡੇ ਗੁਰੂ ਜੀ ਬਹੁਤ ਵੱਡੇ ਨੇ, ਭੀਮ ਚੰਦ ਆਉਂਦਾ ਤੇ ਆ ਜਾਵੇ, ਇਹਨੂੰ ਅਸੀਂ ਦੱਸਾਂਗੇ ਚੰਗੀ ਤਰ੍ਹਾਂ। ਕਹਿੰਦੇ ਨੰਦ ਚੰਦ ਜੀ ਨੇ ਚੜ੍ਹਦੀ ਕਲਾ ਵਾਲੀ ਗੱਲ ਕੀਤੀ, ਗੁਰੂ ਸਾਹਿਬ ਨਾਲ ਪਿਆਰ ਦੀ ਗੱਲ ਕੀਤੀ ਜੀ। ਸਤਿਗੁਰੂ ਬੜੇ ਖੁਸ਼ ਹੋਏ ਆ ਨੰਦ ਚੰਦ ਜੀ ਦੀਆਂ ਗੱਲਾਂ ਸੁਣ ਕੇ, ਵੀ ਇਹਨੇ ਚੜ੍ਹਦੀ ਕਲਾ ਵਾਲੀ ਗੱਲ ਕੀਤੀ। ਚੇਤਾ ਰੱਖਿਓ, ਇਸ ਦੁਨੀਆ 'ਚ ਜਿੰਨਾ ਕਾਰੋਬਾਰ ਹੈ ਨਾ, ਸਾਰਾ ਗੱਲਾਂ ਦੇ ਸਿਰ ਤੇ ਹੀ ਚੱਲਦਾ ਜੀ, ਗੱਲਾਂ ਦੇ ਸਿਰ ਤੇ ਹੈ। ਤੇ ਜੇ ਗੱਲ ਹੀ ਬੰਦਾ ਢਿੱਲੀ ਜੀ ਕਰੀ ਜਾਵੇ, ਦੁਕਾਨਦਾਰ ਦੁਕਾਨ ਤੇ ਬੈਠਾ ਢਿੱਲੀ ਜੀ ਗੱਲ ਕਰੀ ਜਾਵੇ, ਗਾਹਕ ਸਮਾਨ ਨਹੀਂ ਚਲੇਂਦਾ। ਬਸ ਇਸੇ ਤਰ੍ਹਾਂ ਹੈ। ਤੇ ਜੇ ਗੁਰੂ ਦੀ ਵਡਿਆਈ ਕਰਨੀ ਤੇ ਉਦੋਂ ਢਿੱਲਾਪਨ ਕਿਉਂ ਛੱਡਣਾ ਜੀ? ਉਦੋਂ ਵੀ ਬੰਦਾ ਗੱਜ ਕੇ ਕਰੇ। ਮਹਾਰਾਜ ਬਾਣੀ 'ਚ ਕਹਿੰਦੇ, ਸਤਿਗੁਰ ਵੱਡਾ ਕਰਸਾ ਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਗੁਰੂ ਸਾਹਿਬ ਵਿੱਚ ਬੜੀਆਂ ਵੱਡੀਆਂ ਵਡਿਆਈਆਂ ਹਨ। ਇਸ ਕਰਕੇ ਸਤਿਗੁਰੂ ਸਾਨੂੰ ਕਹਿੰਦੇ, ਭਾਈ ਪਿਆਰਿਓ, ਸਤਿਗੁਰੂ ਨੂੰ ਵੱਡਾ ਕਰਕੇ ਸਲਾਉਣਾ ਚਾਹੀਦਾ ਹੈ। ਜਦੋਂ ਸਿਫਤ ਕਰਨੀ ਚਾਹੀਦੀ, ਸਾਰਾ ਜ਼ੋਰ ਲਾ ਦੇਣਾ ਚਾਹੀਦਾ ਹੈ। ਆਪਣੇ ਗੁਰੂ ਦੀ ਇੰਨੀ ਸਿਫਤ ਕਰਨੀ ਚਾਹੀਦੀ ਹੈ। ਭਾਈ ਨੰਦ ਚੰਦ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਸਿਫਤ ਕੀਤੀ ਸਾਰਿਆਂ ਦੇ ਵਿੱਚ ਜੀ। ਹੈ ਵੀ ਸੋਭਾ ਸੱਚੀ ਹੈ। ਸੋ ਅੱਗੋਂ ਹੁਣ ਆਪਾਂ ਕਥਾ ਸਰਵਣ ਕਰਨੀ ਹੈ। ਸਾਰੀ ਸੰਗਤ ਪਿਆਰ ਵਿੱਚ ਆਓ, ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਨੰਦ ਚੰਦ ਪਰ ਗੁਰ ਖੁਸ਼ੀ, ਜਾਣਿਓ ਲਾਇਕ ਬੀਰ। ਸੱਚੇ ਪਾਤਸ਼ਾਹ ਜੀ ਨੇ ਨੰਦ ਚੰਦ ਜੀ ਉੱਤੇ ਬੜੀ ਖੁਸ਼ੀ ਕੀਤੀ ਹੈ ਜੀ। ਕਿਉਂ? ਨੰਦ ਚੰਦ ਜੀ ਗੁਰੂ ਜੀ ਦਾ ਆਸ਼ਾ ਸਮਝੇ ਨੇ ਜੀ। ਜਿਹੜੇ ਬਾਕੀ ਮਸੰਦ ਨੇ ਉਹ ਸਮਝਦੇ ਵੀ ਛੋਟੀ ਉਮਰ ਹੈ ਗੁਰੂ ਜੀ ਦੀ, ਇਹਨਾਂ ਨੂੰ ਪਤਾ ਨਹੀਂ। ਨਾਲੇ ਗੁਰੂ ਆਖੀ ਜਾਣਾ ਤੇ ਨਾਲੇ ਕਹੀ ਜਾਣਾ ਛੋਟੀ ਉਮਰ ਹੈ, ਪਤਾ ਹੀ ਨਹੀਂ ਕੁਛ। ਨੰਦ ਚੰਦ ਜੀ ਸਮਝਦੇ ਆ ਵੀ ਮੇਰੇ ਸਤਿਗੁਰੂ ਨੇ ਜੋ ਕੀਤਾ ਨਾ ਉਹ ਭਲਾਈ ਹੈ। ਇੱਥੋਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮਨਾਮਾ ਲਿਖਿਆ ਸੀ ਵੀ ਗੋਬਿੰਦ ਜੋ ਕੀਆ ਸੋ ਭਲਾ ਕੀਆ, ਇਹ ਬੁਰਾ ਨਹੀਂ ਕਰ ਸਕਦੇ। ਨੰਦ ਚੰਦ ਜੀ ਨੂੰ ਮਹਾਰਾਜ ਨੇ ਸੂਰਬੀਰ ਜਾਣਿਆ। ਚਾਹਿਓ ਕਰਿਓ ਦੀਵਾਨ ਕੋ, ਕਿਰਪਾ ਸਿੰਧ ਮਤ ਧੀਰ। ਕਿਰਪਾ ਦੇ ਸਾਗਰ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ, ਬੜੇ ਵੱਡੇ ਧੀਰਜਵਾਨ ਨੇ। ਸਤਿਗੁਰੂ ਜੀ ਨੇ ਵੇਖਿਆ ਵੀ ਨੰਦ ਚੰਦ ਜੀ ਦੀ ਸਾਡੇ ਉੱਤੇ ਸ਼ਰਧਾ ਬੜੀ ਹੈ, ਤੇ ਗਰੀਬ ਨਵਾਜ ਮਹਾਰਾਜ ਨਾ ਉਹਨਾਂ ਨੂੰ ਫਿਰ ਆਪਣਾ ਦੀਵਾਨ ਬਣਾਉਣ ਲੱਗੇ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਦੀਵਾਨ ਕੀ ਹੁੰਦਾ ਜੀ? ਦੀਵਾਨ ਹੁੰਦਾ ਖਜ਼ਾਨਚੀ, ਜ਼ਿੰਮੇਵਾਰ ਦੀ। ਹਾਂਜੀ। ਪਾਧੜੀ ਛੰਦ ਨਿਜ ਨਿਕਟ ਹਕਾਰ ਮਾਤੁਲ ਕਿਰਪਾਲ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮਾਮਾ ਜੀ, ਮਾਮਾ ਕਿਰਪਾਲ ਚੰਦ ਜੀ ਨੂੰ ਆਪਣੇ ਪਾਸ ਸੱਦਿਆ ਜੀ। ਤਿਹ ਲੱਗੇ ਬੂਝਬੇ ਗੁਰ ਕਿਰਪਾਲ। ਤੇ ਕਿਰਪਾਲੂ ਸੱਚੇ ਪਾਤਸ਼ਾਹ ਨਾ ਆਪਣੇ ਮਾਮਾ ਜੀ ਨੂੰ ਪੁੱਛਣ ਲੱਗੇ ਹਨ, ਇਹ ਨੰਦ ਚੰਦ ਮਤ ਕੋ ਬਿਲੰਦ। ਮਹਾਰਾਜ ਕਹਿਣ ਲੱਗੇ, ਮਾਮਾ ਜੀ ਨੰਦ ਚੰਦ ਬੜਾ ਸਿਆਣਾ ਹੈਗਾ। ਚੇਤਾ ਰੱਖਿਓ, ਬਾਹਰ ਦੀ ਦੁਨੀਆ 'ਚ ਉਹ ਸਿਆਣਾ 'ਚ ਜਿਹੜਾ ਸਿਆਣੀਆਂ ਗੱਲਾਂ ਕਰਦਾ ਹੈ। ਗੁਰੂ ਘਰ ਵਿੱਚ ਉਹ ਸਿਆਣਾ ਹੈ ਜਿਹਦੇ ਮਨ ਵਿੱਚ ਗੁਰੂ ਜੀ ਦੇ ਪ੍ਰਥਾਏ ਪ੍ਰੇਮ ਹੈਗਾ ਜੀ, ਉਹ ਸਿਆਣਾ। ਮਹਾਰਾਜ ਕਹਿਣ ਲੱਗੇ, ਬੜਾ ਸਿਆਣਾ ਨੰਦ ਚੰਦ। ਹਾਂਜੀ। ਬਹੁ ਸਾਵਧਾਨ ਗਨ ਰਿਪ ਨਿਕੰਦ। ਫਿਰ ਮਹਾਰਾਜ ਕਹਿੰਦੇ ਸਾਵਧਾਨ ਵੀ ਬੜਾ।
ਵੈਰੀਆਂ ਦਾ ਵੀ ਧਿਆਨ ਰੱਖਦਾ ਪੂਰਾ। ਨਿਤ ਸ਼ਸਤਰ ਧਰਨ ਅਭਿਆਸ ਕੀਨ। ਸ਼ਸਤਰ ਧਾਰੀ ਆ ਆਨੰਦ ਚੰਦ, ਤੇ ਅਭਿਆਸ ਵੀ ਕਰਦਾ ਹਰ ਰੋਜ਼ ਸ਼ਸਤਰਾਂ ਦਾ। ਇੱਕ ਸਮ ਮਸੰਦ ਨਹਿ ਅਪਰਚੀਨ। ਮਹਾਰਾਜ ਕਹਿਣ ਲੱਗੇ ਇੱਕ ਇਹ ਮਸੰਦ ਹੈ ਜਿਹੜਾ ਬਾਕੀ ਮਸੰਦਾਂ ਵਰਗਾ ਨਹੀਂ ਹੈ। ਆਖੋ ਵਾਹਿਗੁਰੂ। ਬਾਕੀ ਤੇ ਮਾਤਾ ਜੀ ਨੂੰ ਭੜਕਾਈ ਜਾਣਗੇ ਜੀ, ਮਾਂ ਗੁਜਰੀ ਜੀ ਨੂੰ ਸਿਖਾਉਂਦੇ ਰਹਿੰਦੇ ਆ, ਮਾਤਾ ਜੀ ਮਹਾਰਾਜ ਨੇ ਆਹ ਕਰਤਾ, ਮਹਾਰਾਜ ਨੇ ਨਗਾਰਾ ਬਣਾਤਾ, ਇੰਜ ਕਰਤਾ, ਉਂਝ ਕਰਤਾ। ਇੱਕ ਆਨੰਦ ਚੰਦ ਜੀ ਨੇ ਜਿਨ੍ਹਾਂ ਨੇ ਪੂਰਾ ਪੂਰਾ ਭਰੋਸਾ ਰੱਖਿਆ ਮਹਾਰਾਜ ਉੱਤੇ। ਮਹਾਰਾਜ ਕਹਿਣ ਲੱਗੇ ਬਾਕੀ ਮਸੰਦਾਂ ਵਰਗਾ ਨਹੀਂ ਹੈਗਾ। ਗੁਰ ਬਡਨ ਪਾਸ ਇਨਕੇ ਬਡੇਰ। ਮਹਾਰਾਜ ਕਹਿਣ ਲੱਗੇ ਮਾਮਾ ਜੀ ਆਨੰਦ ਚੰਦ ਦੇ ਵੱਡੇ ਵਡੇਰੇ ਸੀ ਨਾ ਜਿਹੜੇ, ਉਹ ਵੀ ਵੱਡੇ ਸਤਿਗੁਰਾਂ ਦੇ ਕੋਲ ਰਹਿੰਦੇ ਸੀਗੇ। ਹਾਂਜੀ। ਨਿਤ ਰਹੇ ਸੇਵਕੀ ਰਹਿਤ ਨੇਰ। ਆਨੰਦ ਚੰਦ ਜੀ ਖਾਨਦਾਨੀ ਸੇਵਾਦਾਰ ਨੇ ਗੁਰੂ ਘਰ ਦੇ। ਆਖੋ ਵਾਹਿਗੁਰੂ। ਖਾਨਦਾਨੀ ਸੇਵਾਦਾਰ ਨੇ, ਇਹਨਾਂ ਦੇ ਵੱਡੇ ਵਡੇਰੇ ਸੇਵਾ ਕਰਦੇ ਰਹੇ ਜੀ। ਵੈਸੇ ਬੇਨਤੀ ਕਰਾਂ, ਆਪਾਂ ਜਿੰਨੇ ਬੈਠੇ ਆ ਨਾ ਗੁਰਮੁਖੋ, ਆਪਾਂ ਵੀ ਸਤਿਗੁਰਾਂ ਦੇ ਖਾਨਦਾਨੀ ਸਿੱਖ ਬਣਨਾ ਹੈ। ਅੱਗੋਂ ਖਾਨਦਾਨ ਤੁਰ ਪਿਆ ਜੀ ਸਾਡਾ। ਹਾਂਜੀ, ਆਪਾਂ ਵੀ ਗੁਰੂ ਜੀ ਦੇ ਖਾਨਦਾਨੀ ਸਿੱਖ ਬਣਨਾ। ਲੋਕ ਕਹਿਣ ਇਹਦਾ ਬਾਪ ਵੀ ਸਿੱਖ ਸੀਗਾ, ਇਹਦਾ ਤੇ ਦਾਦਾ ਵੀ ਗੁਰੂ ਨਾਨਕ ਦਾ ਸਿੱਖ ਹੈ। ਤੇ ਬੱਚੇ ਵੀ ਸਿੱਖ ਬਣਾਉਣੇ, ਪੋਤਰੇ ਵੀ ਸਿੱਖ ਬਣਾਉਣੇ। ਜਿਸ ਘਰ 'ਚ ਸਿੱਖੀ ਆ ਗਈ ਉੱਥੇ ਸਾਰੀਆਂ ਹੀ ਬਖਸ਼ਿਸ਼ਾਂ ਆ ਗਈਆਂ। ਮਹਾਰਾਜ ਕਹਿਣ ਲੱਗੇ ਇਹ ਤੇ ਖਾਨਦਾਨੀ ਸਿੱਖ ਨੇ ਸਾਡੇ। ਹਾਂਜੀ। ਜਿਹ ਉਮਰ ਸ਼ਾਹ ਕਹਿ ਨਾਮ ਲੋਕ। ਰਾਖਿਓ ਨਜੀਕ ਨੀਕੇ ਬਿਲੋਕ। ਇਹਨਾਂ ਦਾ ਵੱਡਾ ਵਡੇਰਾ ਸੀ ਉਮਰ ਸ਼ਾਹ। ਤੇ ਗੁਰਮੁਖੋ ਉਮਰ ਸ਼ਾਹ ਗੁਰੂ ਅਰਜਨ ਦੇਵ ਜੀ ਦੇ ਵੇਲੇ ਦਾ ਸਿੱਖ ਹੈ। ਆਖੋ ਵਾਹਿਗੁਰੂ। ਭਾਈ ਉਮਰ ਸ਼ਾਹ ਜੀ। ਮਹਾਰਾਜ ਕਹਿਣ ਲੱਗੇ ਇਹਨਾਂ ਦਾ ਵੱਡਾ ਵਡੇਰਾ ਸਿੱਖ ਹੈ। ਫਿਰ ਆਨੰਦ ਚੰਦ ਜੀ ਦੇ ਪਿਤਾ ਦਇਆ ਰਾਮ ਜੀ 6ਵੇਂ ਪਾਤਸ਼ਾਹ ਦੇ ਸਿੱਖ ਰਹੇ ਜੀ, ਬੜੇ ਵੱਡੇ। ਹਾਂਜੀ। ਤਿਹ ਕੇਰ ਪੁੱਤਰ ਇਹ ਆਨੰਦ ਚੰਦ। ਮਹਾਰਾਜ ਕਹਿਣ ਲੱਗੇ ਉਮਰ ਸ਼ਾਹ ਜੀ ਦਾ ਪੋਤਰਾ ਹੈਗਾ, ਪੋਤਰਾ ਕਹਿਣ ਲੱਗੇ। ਖਾਨਦਾਨੀ ਸਿੱਖ ਹੈ ਸਾਡਾ, ਪਰਿਵਾਰ ਪੀੜ੍ਹੀ ਇਹਨਾਂ ਦੀ ਸਿੱਖਾਂ ਦੀ ਹੈ। ਹਾਂਜੀ। ਅਬ ਕਰ ਹੈ ਵੀਰ ਦਰਜਾ ਬਿਲੰਦ। ਹੁਣ ਮਹਾਰਾਜ ਕਹਿਣ ਲੱਗੇ ਸ਼ਸਤਰ ਧਾਰੀ ਹੈ, ਯੋਧਾ ਹੈ, ਸੂਰਮਾ। ਕਿਵੇਂ ਸੂਰਬੀਰ? ਮਹਾਰਾਜ ਕਹਿੰਦੇ ਫੱਬਦਾ। ਸੁਨ ਕੈ ਕਿਰਪਾਲ ਸਨਮਾਨ ਸਾਥ। ਬਚ ਭਨਿਓ ਆਪ ਹੋ ਸਕਲ ਨਾਥ। ਤੇ ਸਤਿਗੁਰੂ ਜੀ ਦੇ ਮਾਮਾ ਜੀ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਸੱਤ ਹੈ। ਸਤਿਗੁਰੂ ਜੀ ਇਸੇ ਤਰ੍ਹਾਂ ਜਿਵੇਂ ਆਪ ਜੀ ਨੇ ਕਿਹਾ ਹੈ। ਸਮੁਦਾਇ ਸੈਨ ਮਹਿ ਇੱਕ ਦੀਵਾਨ। ਚਹੀਅਤ ਜ਼ਰੂਰ ਬੜ ਸਾਵਧਾਨ। ਤੇ ਸੱਚੇ ਪਾਤਸ਼ਾਹ ਇੰਨੀਆਂ ਫੌਜਾਂ ਨੇ, ਇੰਨਾ ਵੱਡਾ ਪਸਾਰਾ ਹੈ, ਮਹਾਰਾਜ ਇੱਕ ਦੀਵਾਨ ਤੇ ਚਾਹੀਦਾ ਹੈ ਨਾ। ਭਾਵ ਸੈਨਾਪਤੀ ਵੀ ਕਹਿ ਸਕਦੇ ਆ। ਆਖੋ ਵਾਹਿਗੁਰੂ। ਵਾਹ। ਤੁਹਾਡੀਆਂ ਫੌਜਾਂ ਦਾ ਸੈਨਾਪਤੀ ਵੀ ਇੱਕ ਚਾਹੀਦਾ ਹੈ ਨਾ ਸੱਚੇ ਪਾਤਸ਼ਾਹ। ਹਾਂਜੀ। ਸਭ ਕੀ ਸੰਭਾਲ ਜੋ ਲੈ ਹਮੇਸ਼। ਜਿਹੜਾ ਸਾਰਿਆਂ ਦੀ ਸੰਭਾਲ ਕਰੇ, ਜ਼ਿੰਮੇਵਾਰੀ ਰੱਖੇ। ਕਿਸ ਥਾਨ ਪਠਨ ਨਿਜ ਨਰ ਵਿਸ਼ੇਸ਼। ਕਿਤੇ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਤੁਸੀਂ ਆਪ ਨਹੀਂ ਜਾ ਸਕਦੇ, ਉੱਥੇ ਮਹਾਰਾਜ ਆਪਣੀ ਥਾਂ ਤੇ ਕਈ ਵਾਰੀ ਕਿਸੇ ਸਿੱਖ ਨੂੰ ਭੇਜਣਾ ਪੈਂਦਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਸਤਿਗੁਰੂ ਜੀ ਭੇਜਦੇ ਰਹੇ ਜੀ। 6ਵੇਂ ਪਾਤਸ਼ਾਹ ਗੁਜਰਾਤ ਜ਼ਿਲ੍ਹੇ 'ਚ ਆਪ ਨਹੀਂ ਸੀ ਗਏ, ਆਪਣੀ ਜਗ੍ਹਾ ਉੱਤੇ ਭਾਈ ਗੜੀਆ ਜੀ ਨੂੰ ਭੇਜਿਆ ਸੀਗਾ ਜੀ। ਬਾਬਾ ਬਿਧੀ ਚੰਦ ਜੀ ਨੂੰ ਦੇਵਪੁਰ ਭੇਜਿਆ ਆਪਣੀ ਜਗ੍ਹਾ ਦੇ ਉੱਤੇ ਜੀ। ਕਿੰਨਾ ਵੱਡਾ ਮਾਣ ਦਿੰਦੇ ਮਹਾਰਾਜ ਵੀ ਜਿੱਥੇ ਅਸੀਂ ਨਹੀਂ ਜਾ ਸਕਦੇ ਉੱਥੇ ਸਾਡੇ ਸਿੱਖ ਜਾਣ। ਇੰਨਾ ਪਿਆਰ ਦੀ ਸਿੱਖਾਂ ਨਾਲ। ਤੇ ਮਾਮਾ ਜੀ ਮਹਾਰਾਜ ਦੇ ਕਹਿਣ ਲੱਗੇ ਸੱਚੇ ਪਾਤਸ਼ਾਹ ਕਈ ਵਾਰੀ ਆਪਣੀ ਜਗ੍ਹਾ ਉੱਤੇ ਵੀ ਕਿਸੇ ਸਿੱਖ ਨੂੰ ਭੇਜਣਾ ਪੈਂਦਾ।
ਹਾਂਜੀ ਇਤਿਆਦ ਕਾਜ ਸਮੁਦਾਏ ਜੋਏ, ਹਾਂਜੀ। ਬਿਨ ਨਰ ਵਿਸਾਲ ਨਹਿ ਬਨਹਿ ਕੋਏ। ਇਹ ਬੜੇ ਕਾਰਜ ਨੇ ਤੇ ਸਤਿਗੁਰੂ ਜੀ ਇਹਨਾਂ ਕਾਰਜਾਂ ਵਾਸਤੇ ਸਿਆਣਾ ਸਿੱਖ ਚਾਹੀਦਾ। ਹਾਂਜੀ ਤਬ ਸਿਰੇ ਪਾਓ ਸਤ ਗੁਰ ਮੰਗਾਏ, ਸਭ ਸਭਾ ਸ਼ੁਭਤ ਆਛੇ ਲਗਾਏ। ਆਖੋ ਸ੍ਰੀ ਵਾਹਿਗੁਰੂ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੰਦ ਚੰਦ ਜੀ ਇਸ ਕੰਮ ਲਈ ਠੀਕ ਨੇ। ਮਸੰਦ ਬੜੇ ਬੈਠੇ ਸੀ, ਹੋਰ ਵੀ ਬੜੇ ਬੜੇ ਬਜ਼ੁਰਗ ਵੀ ਬੈਠੇ ਸੀ। ਨੰਦ ਚੰਦ ਦੀ ਉਮਰ ਵੀ ਬਹੁਤੀ ਵੱਡੀ ਨਹੀਂ ਸੀਗੀ। ਪਰ ਗੱਲ ਤੇ ਚਾਹੀਦੀ ਹੈ ਨਾ ਵੀ ਜਿਹਨੂੰ ਗੁਰੂ ਸਾਹਿਬ ਤੇ ਭਰੋਸਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇੱਕ ਪੰਡਤ ਆਇਆ ਜੀ। ਉਹ ਪੰਡਤ ਕਥਾ ਕਰਿਆ ਕਰੇ, ਪਰ ਉਹ ਵੇਖੇ ਵੀ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਜ਼ਿਆਦਾ ਪਿਆਰ ਕਰਦੇ ਆ। ਉਹਨੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਇਹ ਸਵਾਲ ਕਰਨ ਦਾ ਫੁਰਨਾ ਬਣਾਇਆ। ਉਧਰੋਂ ਕਥਾ ਦਾ ਭੋਗ ਪੈ ਗਿਆ ਤੇ ਦੂਜੀ ਪੋਥੀ ਚਾਹੀਦੀ ਸੀ। ਮਹਾਰਾਜ ਕਹਿਣ ਲੱਗੇ, ਪੰਡਤ ਜੀ ਜਾਓ ਫਿਰ ਦੂਜੀ ਪੋਥੀ ਲੈ ਆਓ। ਉਹ ਕਹਿਣ ਲੱਗਾ, ਮਹਾਰਾਜ ਮੈਂ ਸਾਹਾ ਸੋਧਾਂਗਾ, ਸਮਾਂ ਵਿਚਾਰਾਂਗਾ, ਉਸ ਸਮੇਂ ਦੇ ਨਾਲ ਜਾਵਾਂਗਾ। ਤੇ ਗੁਰੂ ਸਾਹਿਬ ਦੇ ਲਾਗੇ ਹੀ ਇੱਕ ਸਿੱਖ ਬੈਠਾ ਸੀ। ਗੁਰੂ ਅਰਜਨ ਦੇਵ ਜੀ ਨੇ ਉਹਨੂੰ ਇਸ਼ਾਰਾ ਕੀਤਾ, ਪੁਰਖਾ ਜਾ ਪੋਥੀ ਲੈ ਕੇ ਆ। ਉਸ ਸਿੱਖ ਦੀ ਜੇਬ 'ਚ ਕੋਈ ਪੈਸਾ ਨਹੀਂ ਸੀ ਹੈਗਾ ਜੀ। ਉਹ ਕਹਿੰਦਾ ਸਤ ਬਚਨ ਮਹਾਰਾਜ। ਉਹ ਪੋਥੀ ਲੈਣ ਤੁਰ ਪਿਆ ਜੀ। ਮਹਾਰਾਜ ਕਹਿਣ ਲੱਗੇ, ਪੰਡਤ ਜੀ ਇਹ ਫਰਕ ਜੇ ਤੁਹਾਡੇ ਵਿੱਚ ਤੇ ਸਾਡੇ ਸਿੱਖਾਂ ਵਿੱਚ। ਆਖੋ ਵਾਹਿਗੁਰੂ ਵਾਹਿਗੁਰੂ। ਉਹਨੇ ਸਾਹਾ ਨਹੀਂ ਸੋਧਿਆ, ਉਹਨੇ ਸਮੇਂ ਦੀ ਵਿਚਾਰ ਨਹੀਂ ਕੀਤੀ। ਉਹਦੀ ਜੇਬ ਵਿੱਚ ਮਾਇਆ ਦਾ ਦਮੜਾ ਇੱਕ ਨਹੀਂ ਹੈਗਾ। ਪਰ ਮਹਾਰਾਜ ਕਹਿਣ ਲੱਗੇ, ਉਹਨੇ ਸਤ ਬਚਨ ਕੀਤਾ ਤੇ ਉਸੇ ਵੇਲੇ ਤੁਰ ਪਿਆ। ਇਹ ਸਾਡੇ ਸਿੱਖ ਨੇ, ਹਰ ਸਮੇਂ ਹੀ ਸਤ ਬਚਨ। ਤਾਂ ਅਸੀਂ ਇੰਨਾ ਪਿਆਰ ਕਰਦੇ ਹਾਂ। ਵੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ, ਐਵੇਂ ਨਹੀਂ ਮੈਂ ਵਾਰੇ ਪੁੱਤ ਚਾਰ ਡੱਲਿਆ। ਸਿੱਖਾਂ ਨੂੰ ਇੰਨਾ ਪਿਆਰ ਕੀਤਾ ਮਹਾਰਾਜ ਨੇ। ਕਿਹੜੇ ਸਿੱਖ? ਪਿਆਰ ਵਾਲੇ, ਸ਼ਰਧਾ ਵਾਲੇ, ਭਰੋਸੇ ਵਾਲੇ। ਸਤਿਗੁਰੂ ਕਹਿੰਦੇ ਇਹ ਖਾਨਦਾਨੀ ਸਿੱਖ ਹੈ, ਇਹਦੇ ਅੰਦਰ ਸ਼ਰਧਾ ਹੈ, ਇਹ ਸਾਡੇ ਨਾਲ ਪਿਆਰ ਬੜਾ ਕਰਦਾ। ਤੇ ਗੁਰਮੁਖੋ, ਜੇ ਆਪਾਂ ਸਤਿਗੁਰੂ ਜੀ ਦੇ ਨਾਲ ਪਿਆਰ ਕਰਾਂਗੇ ਤੇ ਗੁਰੂ ਸਾਹਿਬ ਨਹੀਂ ਸਾਨੂੰ ਕਰਨਗੇ। ਗੁਰੂ ਸਾਹਿਬ ਤਾਂ ਸਾਨੂੰ ਦੂਣਾ ਕਰਨਗੇ। ਦੂਣਾ ਵੀ ਛੱਡੋ, ਹਜ਼ਾਰਾਂ ਲੱਖਾਂ ਗੁਣਾ ਵੱਧ ਪਿਆਰ ਕਰਨਗੇ। ਸਿਰਫ ਇਹ ਹੈ ਵੀ ਸਾਡੇ ਕੋਲ ਹੁੰਦਾ ਨਹੀਂ ਜੀ। ਧੰਨ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਰੋਪਾ ਮੰਗਵਾਇਆ ਜੀ। ਫਿਰ ਜੀ ਤਬ ਸਿਰੇ ਪਾਓ ਸਤਿਗੁਰ ਮੰਗਾਏ, ਸਭ ਸਭਾ ਸ਼ੁਭਤ ਆਛੇ ਲਗਾਏ। ਮਹਾਰਾਜ ਨੇ ਸਾਰੀ ਸਭਾ ਦੇ ਵਿੱਚ ਨੰਦ ਚੰਦ ਜੀ ਦੇ ਗਲ ਵਿੱਚ ਆਪਣੇ ਹੱਥੀਂ ਸਰੋਪਾ ਪਾ ਕੇ ਦੀਵਾਨ ਬਣਾਇਆ ਜੀ ਉਹਨਾਂ ਨੂੰ। ਅੱਜ ਤੋਂ ਇਹ ਦੀਵਾਨ ਨੇ, ਵਡਿਆਈ ਬਖਸ਼ਿਸ਼ ਕਰ ਦਿੱਤੀ ਮਹਾਰਾਜ ਨੇ। ਹਾਂਜੀ, ਭੱਟ ਬ੍ਰਿੰਦ ਮਸੰਦ ਬਿਲੰਦ ਜੀ। ਬੜੇ ਵੱਡੇ ਮਸੰਦ ਲਾਗੇ ਬੈਠੇ ਸੀਗੇ, ਵੱਡੀਆਂ ਉਮਰਾਂ ਵਾਲੇ। ਹੋਰ ਭੱਟ ਸੂਰਮੇ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠੇ ਸੀਗੇ। ਤਿੰਨ ਮਹਿ ਬਿਠਾਏ ਆਨੰਦ ਦੇ। ਮਹਾਰਾਜ ਨੇ ਉਹਨਾਂ ਸਾਰਿਆਂ ਵਿੱਚ ਸਾਰਿਆਂ ਦਾ ਮੁਖੀ ਬਣਾ ਕੇ ਨੰਦ ਚੰਦ ਜੀ ਨੂੰ ਬਿਠਾ ਦਿੱਤਾ ਵੀ ਨੰਦ ਚੰਦ ਸਭ ਦਾ ਮੁਖੀ ਹੈ। ਜਿਹਨੂੰ ਮਰਜ਼ੀ ਬਣਾ ਦੇਣ, ਕੀੜਾ ਥਾਪ ਦੇ ਪਾਤਸ਼ਾਹੀ। ਹਾਂਜੀ, ਤੇਹ ਬਖਸ਼ ਖਿਲਤ ਕੀਨੋ ਦੀਵਾਨ। ਤੇਹ ਬਖਸ਼ ਖਿਲਤ ਕੀਨੋ ਦੀਵਾਨ। ਉਹਨੂੰ ਖਿਲਤ ਬਖਸ਼ਿਸ਼ ਕੀਤੀ ਮਹਾਰਾਜ ਨੇ। ਖਿਲਤ ਕੀ? ਸਰੋਪਾ, ਵਡਿਆਈ।
ਤੇ ਦੀਵਾਨ ਬਣਾਇਆ ਮਹਾਰਾਜ ਨੇ ਆਪਣਾ, ਜ਼ਿੰਮੇਵਾਰ ਬਣਾ ਦਿੱਤਾ। ਸਭ ਮਹਿ ਬਿਠਾਏ ਕਰੁਣਾ ਨਿਧਾਨ। ਸਾਰਿਆਂ ਵਿੱਚ ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਨੇ ਆਨੰਦ ਚੰਦ ਜੀ ਨੂੰ ਬਿਠਾਇਆ। ਗੁਰਮੁਖੋ ਸੱਚੀ ਗੱਲ ਹੈ, ਜਿਹੜਾ ਬਿਲਕੁਲ ਨਿਮਾਣਾ ਨਿਤਾਣਾ ਹੋ ਕੇ ਸਤਿਗੁਰੂ ਜੀ ਦੀ ਸੇਵਾ ਕਰਦਾ ਨਾ, ਗੁਰੂ ਸਾਹਿਬ ਵੱਡੀਆਂ ਵਡਿਆਈਆਂ ਦੇ ਕੇ ਉਹਨੂੰ ਲੋਕਾਂ ਵਿੱਚ ਬਿਠਾਉਂਦੇ ਆ। ਫਿਰ ਜੀ ਉਹਨੇ ਕਦੀ ਆਪ ਵੀ ਨਹੀਂ ਸੋਚਿਆ ਹੁੰਦਾ ਕਿ ਮੈਨੂੰ ਵੀ ਇੰਨੀ ਵੱਡੀ ਵਡਿਆਈ ਮਿਲੇਗੀ। ਤੇ ਮਹਾਰਾਜ ਸੁਖਮਨੀ ਸਾਹਿਬ ਚ ਕਹਿੰਦੇ ਨਾ, ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਆਪਣੇ ਉਸ ਸੇਵਕ ਨੂੰ ਸੱਚੇ ਪਾਤਸ਼ਾਹ 10 ਦਿਸ਼ਾਵਾਂ ਵਿੱਚ ਪ੍ਰਗਟ ਕਰ ਦਿੰਦੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਲੈ ਸਿਰੇ ਪਾਓ ਉਠ ਨੰਦ ਚੰਦ, ਦੀਨਾਰ ਨਜ਼ਰ ਦੀਨਸ ਮੁਕੰਦ। ਆਨੰਦ ਚੰਦ ਜੀ ਉੱਠੇ, ਉਹਨਾਂ ਨੇ ਇੱਕ ਮੋਹਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕਿਆ ਜੀ। ਹਾਂਜੀ। ਸਭ ਕਾਰ ਚਮੋ ਆਧਿਕ ਜੀਤੇਕ, ਸੌਂਪੀ ਸੰਭਾਰ ਕਰਬੇ ਅਨੇਕ। ਮਹਾਰਾਜ ਕਹਿਣ ਲੱਗੇ, ਆਨੰਦ ਚੰਦ ਜੀ ਅੱਜ ਤੋਂ ਫੌਜਾਂ ਦਾ ਕੰਮ, ਫੌਜ ਦਾ ਸਾਰਾ ਸਾਂਭ ਸੰਭਾਲ ਸੈਨਾ ਦੀ ਉਹ ਤੁਸਾਂ ਹੀ ਕਰਨੀ ਹੈ। ਮਹਾਰਾਜ ਕਹਿਣ ਲੱਗੇ, ਬਣਾਤਾ ਨਾ ਮੁਖੀ ਮਹਾਰਾਜ ਨੇ। ਹਾਂਜੀ। ਹਾਏ ਬ੍ਰਿੰਦ ਅਧਿਕ ਜੋ ਧਾਨ ਦੀਨ। ਬੜੇ ਘੋੜੇ ਦੇ ਦਿੱਤੇ ਸਤਿਗੁਰਾਂ ਨੇ, ਸੈਨਾ ਦੇ ਦਿੱਤੀ ਆਨੰਦ ਚੰਦ ਜੀ ਨੂੰ। ਸਭ ਹੂਨ ਤ੍ਰਿਣ ਦਾਨਾ ਸੋਕੀਨ। ਘਾਹ ਦਾਣੇ ਹਰ ਪ੍ਰਕਾਰ ਦੀ ਜ਼ਿੰਮੇਵਾਰੀ ਤੁਹਾਡੀ ਹੈ, ਤੁਹਾਨੂੰ ਮੁਖੀ ਬਣਾਇਆ। ਮਹਾਰਾਜ ਕਹਿਣ ਲੱਗੇ, ਹਾਂਜੀ। ਕ੍ਰਿਤ ਖੰਡ ਚੂਨ ਕੇ ਤਿਕ ਆਹਾਰ। ਘਿਓ ਖੰਡ ਆਟਾ ਜੋ ਗੁਰੂ ਘਰ ਦੀ ਰਸਦ ਬਸਤ ਹੈ। ਹਾਏ ਸ਼ਾਲ ਸਕਲ ਗੁਰ ਕੋ ਸੰਭਾਰ। ਭਾਵੇਂ ਘੋੜਿਆਂ ਦਾ ਤਬੇਲਾ, ਉਹ ਸਾਰਿਆਂ ਦੇ ਮੁਖੀ ਤੁਸੀਂ ਹੋ। ਮਹਾਰਾਜ ਕਹਿਣ ਲੱਗੇ, ਸੇਵਾਦਾਰੀ ਦਿੱਤੀ ਸਤਿਗੁਰੂ ਜੀ ਨੇ। ਗੱਜ ਕੇ ਆਖੋ ਵਾਹਿਗੁਰੂ। ਬੜੀ ਸੇਵਾਦਾਰੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਗੱਲ ਕੀ, ਬਾਜਾਂ ਵਾਲੇ ਨੇ ਸਾਰੀਆਂ ਬਖਸ਼ਿਸ਼ਾਂ ਦੇ ਦਿੱਤੀਆਂ ਜੀ। ਕਿਉਂ? ਉਹਨੇ ਸਤਿਗੁਰੂ ਜੀ ਦਾ ਆਸ਼ਾ ਸਮਝਿਆ, ਢਿੱਲੀ ਮੱਠੀ ਗੱਲ ਨਹੀਂ ਕੀਤੀ ਜੀ ਉਹਨੇ। ਹਾਂਜੀ। ਤਿਨ ਜ਼ੀਨ ਆਦ ਜੇ ਤਿਕ ਸਮਾਜ, ਕਹਿ ਤਿਆਰ ਕਰਾਵਹਿ ਸਰਬ ਕਾਜ। ਅੱਜ ਤੋਂ ਸਾਰਾ ਸਮਾਨ ਤੁਸਾਂ ਹੀ ਤਿਆਰ ਕਰਾਉਣਾ, ਸਾਰੇ ਸਿੱਖ ਤੁਹਾਡੀ ਗੱਲ ਮੰਨਣਗੇ। ਬਹੁ ਲੈਨ ਦੇਨ ਗੁਰ ਨਿਕਟ ਕੇਰ, ਸਭ ਆਨੰਦ ਚੰਦ ਕਰਤਾ ਬਡੇਰ। ਜੋ ਲੈਣ ਦੇਣ ਮਾਇਆ ਦਾ ਹੈ, ਮਹਾਰਾਜ ਕਹਿਣ ਲੱਗੇ ਉਹ ਆਨੰਦ ਚੰਦ ਜੀ ਸਾਰਾ ਹੀ ਤੁਹਾਡਾ। ਬੜੀ ਵੱਡੀ ਭਰੋਸੇ ਵਾਲੀ ਗੱਲ ਹੁੰਦੀ ਹੈ ਵੀ ਮਾਇਆ ਦਾ ਵੀ ਸਾਰਾ, ਮਹਾਰਾਜ ਕਹਿਣ ਲੱਗੇ ਚਾਰਜ ਤੁਹਾਡਾ। ਆਖੋ ਵਾਹਿਗੁਰੂ। ਨਹੀਂ ਤਾਂ ਦਿੱਤਾ ਥੋੜੀ ਜਾਂਦਾ, ਗੁਰੂ ਘਰ ਤੇ ਲੱਖਾਂ ਦੇ ਹਿਸਾਬ ਨਾਲ ਆਉਂਦਾ ਜੀ ਉਸ ਸਮੇਂ। ਹੁਣ ਤੇ ਅਰਬਾਂ ਖਰਬਾਂ ਦਾ ਹੀ ਹੋ ਗਿਆ ਜੀ। ਦਿਨੋਂ ਦਿਨ ਗੁਰੂ ਘਰ ਦਾ ਪ੍ਰਤਾਪ ਵਧਿਆ ਜੀ। ਸਤਿਗੁਰੂ ਕਹਿੰਦੇ ਸਭ ਕੁਝ ਹੀ ਤੁਸਾਂ ਸਾਂਭਣਾ, ਮਾਇਆ ਤੁਸੀਂ ਸਾਂਭਣੀ। ਵੇਖੋ ਭਾਈ ਨੰਦ ਲਾਲ ਜੀ ਲਿਖਦੇ, ਮਹਾਰਾਜ ਨੇ ਆਨੰਦ ਚੰਦ ਜੀ ਨੂੰ ਖਜ਼ਾਨਚੀ ਬਣਾਇਆ। ਇਹ ਆਨੰਦ ਚੰਦ ਹੈ। ਇੱਕ ਸੀ ਭਾਈ ਨੰਦ ਲਾਲ ਜੀ, ਸਤਿਗੁਰੂ ਦੇ ਸਿੱਖ ਬਣੇ, ਅੰਮ੍ਰਿਤ ਵੀ ਛਕਿਆ। ਭਾਈ ਨੰਦ ਲਾਲ ਸਿੰਘ ਬਣੇ ਜੀ। ਉਹਨਾਂ ਸਿਫਤਾਂ ਲਿਖੀਆਂ ਆਪਾਂ ਪੜ੍ਹਦੇ ਹਾਂ। ਸੱਚੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਉਹ ਲਿਖਦੇ, ਕਹਿੰਦੇ ਹੇ ਗੁਰੂ ਗੋਬਿੰਦ ਸਿੰਘ ਜੀ, ਪਰਮੇਸ਼ਰ ਦੇ ਜਿਹੜੇ ਖਜ਼ਾਨੇ ਆ ਨਾ, ਪਰਮੇਸ਼ਰ ਦੇ ਖਜ਼ਾਨੇ, ਪਰਮੇਸ਼ਰ ਨੇ ਉਹਨਾਂ ਦੀ ਚਾਬੀ ਤੁਹਾਨੂੰ ਫੜਾਈ ਹੋਈ ਹੈ। ਜਿਹਨੂੰ ਤੁਸੀਂ ਚਾਹੋ ਉਹਨੂੰ ਮਾਲਾ ਮਾਲ ਕਰ ਸਕਦੇ ਹੋ। ਗੁਰੂ ਗੋਬਿੰਦ ਸਿੰਘ ਜੀ, ਸਭ ਖਜ਼ਾਨਿਆਂ ਦੀ ਚਾਬੀ ਤੁਹਾਡੇ ਕੋਲ ਹੈ। ਤੁਸੀਂ ਪ੍ਰਮਾਤਮਾ ਦੇ ਖਜ਼ਾਨਚੀ ਹੋ। ਕਿਸੇ ਨੂੰ ਬਖਸ਼ਿਸ਼ ਦੇਣੀ ਹੈ, ਪਰਮਾਤਮਾ ਜੀ ਆਪ ਨਹੀਂ, ਜਦੋਂ ਦੇਣਗੇ ਤੁਹਾਡੇ ਰਾਹੀਂ ਦੇਣਗੇ, ਕਿਉਂ ਖਜ਼ਾਨਚੀ ਦਾ ਕੰਮ ਹੈ। ਤੇ ਗੁਰੂ ਸਾਹਿਬ ਨੇ ਅੱਗੋਂ ਆਪਣਾ ਖਜ਼ਾਨਚੀ ਆਨੰਦ ਚੰਦ ਜੀ ਨੂੰ ਬਣਾਇਆ ਜੀ। ਆਖੋ ਵਾਹਿਗੁਰੂ। ਮਾਣ ਦੇਣ ਵਿੱਚ ਕਮੀ ਨਹੀਂ ਰੱਖੀ ਸਤਿਗੁਰੂ ਜੀ ਨੇ। ਆਪਣੇ ਸਿੱਖਾਂ ਨੂੰ
ਮਾਣ ਦੇਣ 'ਚ ਕਮੀ ਨਹੀਂ ਰੱਖੀ ਮਹਾਰਾਜ ਨੇ। ਹਾਂਜੀ। ਸੁਧ ਸੁਪਟ ਸਭਨ ਕੀ ਲੇਤ ਨੀਤ, ਚਹੀਅਤ ਸੋ ਦੇਤ ਲਖ ਹੋਤ ਹੀਤ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਰਿਆਂ ਦੀ ਸੁੱਧ ਖਬਰਸਾਰ ਲੈਣ ਦੇਣ ਸਾਰਾ ਕੰਮ ਤੁਸਾਂ ਹੀ ਕਰਨਾ ਹੈ। ਨਿਤ ਵਧੈ ਸਕਲ ਬਿਧ ਕੋ ਸਮਾਜ, ਪ੍ਰਭ ਮਹਾਰਾਜ ਰਾਜਾਨ ਰਾਜ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਗੁਰੂ ਘਰ ਦਾ ਤੇ ਸਮਾਨ ਨਿਤਾ ਪ੍ਰਤੀ ਵਧਣਾ। ਕਿਉਂ? ਮਹਾਰਾਜ ਤਾਂ ਰਾਜਿਆਂ ਦੇ ਵੀ ਰਾਜੇ ਨੇ, ਕੋਈ ਸ਼ੱਕ ਨਹੀਂ। ਭਾਈ ਸੰਤੋਖ ਸਿੰਘ ਜੀ ਸ਼ਰਧਾ ਨਾਲ ਲਿਖ ਰਹੇ ਆ, ਕੋਈ ਸ਼ੱਕ ਨਹੀਂ। ਥੋੜੇ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ, ਅੱਜ ਤੱਕ ਗੁਰੂ ਰਾਮਦਾਸ ਜੀ ਦੇ ਘਰ ਦੀਆਂ ਇੰਨੀਆਂ ਲੰਮੀਆਂ ਲਾਈਨਾਂ ਨਹੀਂ ਸੀ ਲੱਗੀਆਂ ਜਿੰਨੀਆਂ ਹੁਣ ਲੱਗਦੀਆਂ ਨੇ ਜੀ। ਪ੍ਰਤਾਪ ਵਧਿਆ ਜੀ, ਪ੍ਰਤਾਪ ਵਧਿਆ। ਕਿੱਥੇ ਲਾਈਨ ਬਾਬਾ ਬੁੱਢਾ ਜੀ ਦੇ ਬੇਰ ਨੂੰ ਮੁੜ ਜਾਂਦੀ ਜੀ। 7-7 ਘੰਟੇ ਸੰਗਤਾਂ ਲਾਈਨ 'ਚ ਖਲੋ ਕੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਜਾਂਦੀਆਂ ਜੀ। 7-7 ਘੰਟੇ। ਪਿਛਲੇ ਗੁਰਪੁਰਬ ਤੇ ਆਪਣੇ ਭਾਈ ਕੁਲਵੰਤ ਸਿੰਘ ਜੀ ਦੱਸ ਰਹੇ ਸੀ, ਕਹਿੰਦੇ 7 ਘੰਟੇ ਸਾਨੂੰ ਲਾਈਨ 'ਚ ਲੱਗ ਗਏ। ਬੇਰ ਬਾਬਾ ਬੁੱਢਾ ਸਾਹਿਬ ਨੂੰ ਲਾਈਨ ਮੁੜੀ ਸੀ। ਦਿਨੋਂ ਦਿਨ ਵਧਿਆ ਹੀ ਹੈ ਨਾ ਜੀ। ਹਾਂਜੀ। ਤੁਰਕੇਸ਼ ਆਦ ਜੇ ਤਿਕ ਮਹੀਪ, ਸਭ ਰਹੇ ਜਾਚ ਤੇ ਗੁਰ ਸਮੀਪ। ਕਹਿੰਦੇ ਵੇਖੋ ਵੱਡੇ ਵੱਡੇ ਤੁਰਕ, ਇਥੋਂ ਤੱਕ ਰਾਜੇ ਵੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਮੰਗਦੇ ਆ, ਤੇ ਸਤਿਗੁਰੂ ਨੇ ਆਪਣਾ ਖਜ਼ਾਨਚੀ ਆਨੰਦ ਚੰਦ ਜੀ ਨੂੰ ਬਣਾ ਦਿੱਤਾ ਜੀ। ਸਭ ਖਜ਼ਾਨਿਆਂ ਦੀਆਂ ਚਾਬੀਆਂ ਦੇ ਦਿੱਤੀਆਂ ਜੀ। ਸਭ ਜਗਤ ਮੰਗ ਤੋ ਹਾਥ ਬੰਦ, ਨਹਿ ਦੁਤੀਏ ਜਾਨੀਐ ਤਿਨ ਮਨਿੰਦ। ਕਹਿੰਦੇ ਕੌਣ ਹੋ ਸਕਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ, ਜਿਨ੍ਹਾਂ ਦੇ ਅੱਗੇ ਸਾਰਾ ਜਗਤ ਹੀ ਹੱਥ ਜੋੜ ਕੇ ਮੰਗਦਾ ਹੈ। ਸਾਰੀ ਦੁਨੀਆ ਹੀ ਮੰਗਦੀ ਜੀ। ਲਾਈਨਾਂ ਵੱਧਦੀਆਂ ਹੀ ਆ ਗੁਰੂ ਘਰ ਦੀਆਂ, ਘਟਦੀਆਂ ਨਹੀਂ ਹੈਗੀਆਂ ਸਾਧ ਸੰਗਤ ਜੀ। ਹਾਂਜੀ। ਚਹੁ ਦਿਸ਼ਨ ਤੇ ਸੋ ਨਰ ਮਿਲੈ ਬ੍ਰਿੰਦ, ਸਮੁਦਾਏ ਸੰਗਤਾਂ ਧਰ ਆਨੰਦ। ਚਾਰੇ ਪਾਸਿਆਂ ਤੋਂ, ਸੰਸਾਰ ਦੇ ਚਾਰੇ ਪਾਸਿਆਂ ਤੋਂ ਗੁਰੂ ਨਾਨਕ ਸਾਹਿਬ ਦੇ ਸਿੱਖ ਆਉਂਦੇ ਆ। ਉਹ ਸਤਿਗੁਰਾਂ ਅੱਗੇ ਹੱਥ ਜੋੜ ਜੋੜ ਕੇ ਅਰਦਾਸਾਂ ਕਰਦੇ ਆ ਜੀ। ਹਾਂਜੀ। ਸੁਖ ਦੂਧ ਪੂਤ ਬਿਤ ਬਪ ਅਰੋਗ, ਮਹਾਰਾਜ ਕਿਰਪਾ ਕਰਦੇ ਆ। ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ। ਕਹਿੰਦੇ ਸੁੱਖ ਦਿੰਦੇ ਆ, ਦੁੱਧ ਪੁੱਤ ਧਨ ਦੇ ਅਰੋਗਤਾ ਗੁਰੂ ਗੋਬਿੰਦ ਸਿੰਘ ਜੀ ਬਖਸ਼ਿਸ਼ ਕਰਦੇ ਹਨ। ਕਿਤੇ ਆਦ ਜਾਂਚ ਹੀ ਆਏ ਲੋਗ। ਕਹਿੰਦੇ ਕੋਈ ਪੁੱਤ ਮੰਗਦਾ, ਕੋਈ ਦੁੱਧ ਮੰਗਦਾ, ਕੋਈ ਧਨ ਮੰਗਦਾ, ਹਰ ਤਰ੍ਹਾਂ ਦੇ ਲੋਕ ਆਉਂਦੇ ਆ। ਅੱਛਾ, ਇਹਨਾਂ ਵਿੱਚੋਂ ਉਹ ਵੀ ਨੇ ਜਿਨ੍ਹਾਂ ਨੂੰ ਨਾ ਸੁੱਖ, ਨਾ ਦੁੱਧ, ਨਾ ਪੁੱਤ, ਨਾ ਧਨ ਚਾਹੀਦਾ, ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਚਾਹੀਦੇ ਆ। ਉਹਨਾਂ ਨੂੰ ਇਹ ਕੁਝ ਵੀ ਨਹੀਂ ਚਾਹੀਦਾ ਜੀ। ਉਹ ਕਹਿੰਦੇ ਬਸ ਉਹਦੇ ਦਰਸ਼ਨ ਹੋ ਜਾਣ ਸਾਨੂੰ। ਗਨ ਮਿਲੈ ਆਏ ਡੇਰੇ ਕਰੰਤ, ਦਿਨ ਬਿਤਹਿ ਕਿਤਕ ਦਰਸ਼ਨ ਚਾਹੰਤ। ਕਹਿਣ ਲੱਗੇ ਬੜੇ ਬੜੇ ਵੱਡੇ ਮੇਲੇ ਇਕੱਠੇ ਹੋ ਜਾਂਦੇ ਅਨੰਦਪੁਰ ਸਾਹਿਬ 'ਚ। ਲੋਕ ਲਾਈਨਾਂ 'ਚ ਲੱਗਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਣ ਸਾਨੂੰ। ਹਾਂਜੀ। ਪੁਨ ਅਰਜ਼ ਮੇਵਰੋ ਕਰਹਿ ਜਾਏ। ਫਿਰ ਅਰਦਾਸੀਆ ਸਿੱਖ ਗੁਰੂ ਸਾਹਿਬ ਨੂੰ ਬੇਨਤੀ ਕਰਦਾ, ਮਹਾਰਾਜ ਬਾਹਰ ਤੇ ਸੰਗਤਾਂ ਹੀ ਬਹੁਤ ਇਕੱਠੀਆਂ ਹੋ ਗਈਆਂ ਦਰਸ਼ਨਾਂ ਵਾਸਤੇ। ਪ੍ਰਭ ਦੀਨ ਬੰਦ ਦਾਸਨ ਸਹਾਏ। ਮਹਾਰਾਜ ਆਪ ਦੀਨ ਬੰਦ ਹੋ, ਆਪਣੇ ਸੇਵਕਾਂ ਦੀ ਸਹਾਇਤਾ ਕਰਦੇ ਹੋ। ਹਾਂਜੀ। ਸਭ ਘਟਨ ਜਾਣ ਤੇ ਜੋ ਕੁਛ ਹੋਤ, ਜਹ ਕਹਿ ਪ੍ਰਭਾਉ ਦੀਰਗ ਉਦੋਤ। ਫਿਰ ਮਹਾਰਾਜ ਦੀਵਾਨ ਦਾ ਹੁਕਮ ਕਰਦੇ ਵੀ ਸਜਾਓ। ਹਰ ਇੱਕ ਦੇ ਅੰਦਰ ਦੀ ਗੱਲ ਨੂੰ ਜਾਣਦੇ ਨੇ ਗੁਰੂ ਗੋਬਿੰਦ ਸਿੰਘ ਜੀ। ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦੀ ਸਿਫਤ ਲਿਖਦੇ, ਜਹ ਕਹਿ ਪ੍ਰਭਾਉ ਦੀਰਗ ਉਦੋਤ। ਕਹਿੰਦੇ ਜਿੱਥੇ ਕਿੱਥੇ ਵੇਖੋ ਵੱਡਾ ਪ੍ਰਭਾਵ ਲਿਸ਼ਕਾਂ ਮਾਰਦਾ ਸਤਿਗੁਰੂ ਜੀ ਦਾ ਜੀ। ਬੜਾ ਵੱਡਾ ਪ੍ਰਤਾਪ ਗੁਰੂ ਗੋਬਿੰਦ ਸਿੰਘ ਜੀ ਦਾ ਜੀ। ਹਾਂਜੀ। ਬਹੁ ਮਿਲੀ ਸੰਗਤਾਂ ਸਿਵਰ ਪਾਏ, ਦਿਨ ਬਿਤੇ ਕਿਤਕ ਚਿਤ ਦਰਸ ਚਾਏ। ਤੋ ਕਈ ਦਿਨ ਆ ਕੇ ਸੰਗਤਾਂ ਬੈਠੀਆਂ ਰਹਿੰਦੀਆਂ ਹੁੰਦੀਆਂ ਸੀ ਵੀ ਕਦੋਂ ਮਹਾਰਾਜ ਦੀਵਾਨ ਲਾਉਣਗੇ, ਖੁੱਲੇ ਦਰਸ਼ਨ ਬਖਸ਼ਿਸ਼ ਕਰਨਗੇ।
ਅਰਦਾਸ ਕਰਤ ਜਬ ਠਹਿਰ ਪੌਰ ਇਮ ਸੁਨਹਿ ਜਬ ਹੈ ਸੋ ਢੀਨ ਮੋਰ। ਅਰਦਾਸੀਆ ਸਿੱਖ ਜਾ ਜਾ ਕੇ ਮਹਾਰਾਜ ਨੂੰ ਬੇਨਤੀ ਕਰਦਾ, ਮਹਾਰਾਜ ਸੰਗਤਾਂ ਬਹੁਤ ਹੋ ਗਈਆਂ ਇਕੱਠੀਆਂ, ਕਿਰਪਾ ਕਰੋ, ਦਰਸ਼ਨ ਬਖਸ਼ਿਸ਼ ਕਰੋ। ਦੇ ਹੁਕਮ ਫਰਸ਼ ਬਨ ਹੈ ਉਦਾਰ ਸਭ ਸ਼ਸਤਰ ਬਸਤਰ ਪਹਿਰੇ ਸੁਧਾਰ। ਫਿਰ ਮਹਾਰਾਜ ਕਹਿੰਦੇ ਵੀ ਸਜਾਓ, ਦੀਵਾਨ ਸਜਾਓ, ਵਿਛਾਈ ਕਰੋ। ਸਿੱਖ ਵਿਛਾਈ ਕਰਦੇ, ਆਪ ਸਤਿਗੁਰੂ ਜੀ ਸ਼ਸਤਰ ਬਸਤਰ ਸਜਾਉਂਦੇ ਦੀ ਫਿਰਦੀ, ਚੱਕਰ ਲਾਉਂਦੇ, ਗਾਤਰੇ ਵੱਡੀ ਤਲਵਾਰ ਸਜਾਉਂਦੇ, ਤੀਰਾਂ ਦਾ ਪੱਥਾ ਲਾਉਂਦੇ, ਕਮਾਨ ਫੜਦੇ। ਹਾਂਜੀ। ਜ਼ੇਵਰ ਜਰਾਵ ਜਿਨ ਜਾਗਤ ਜੋਤ ਜੋ ਦੁਲੱਭ ਜਗਤ ਮੈਂ ਉਦ ਉਦੋਤ। ਕਹਿੰਦੇ ਜਿਹੜੇ ਮੋਤੀ ਹੀਰੇ ਦੁਰਲੱਭ ਹੁੰਦੇ ਸੀ ਨਾ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਵਿੱਚ ਲੱਗੇ ਹੁੰਦੇ ਸੀਗੇ ਜੀ। ਵੇਖੋ ਨਾ, ਜਿਸ ਚੀਜ਼ ਨੂੰ ਮਹਾਰਾਜ ਨੇ ਹੱਥ ਪਾਇਆ ਉਹ ਚੀਜ਼ ਸਤਿਗੁਰੂ ਜੀ ਦੇ ਨਾਲ ਹੀ ਜੁੜ ਗਈ ਜੀ। ਕਲਗੀ ਭੀਮ ਚੰਦ ਨਹੀਂ ਸੀ ਲਾਉਂਦਾ, ਲਾਉਂਦਾ ਸੀ। ਰਾਜਾ ਸੀ। ਕੇਸਰੀ ਚੰਦ ਨਹੀਂ ਸੀ ਲਾਉਂਦਾ, ਲਾਉਂਦਾ ਸੀ। ਰਾਜਾ ਸੀ। ਪਰ ਉਹਨੂੰ ਕੋਈ ਕਲਗੀਆਂ ਵਾਲਾ ਨਹੀਂ ਕਹਿੰਦਾ ਜੀ। ਜੇ ਕਲਗੀ ਲਾਈ ਤੇ ਕਲਗੀਆਂ ਵਾਲੇ। ਬਾਜ ਬਾਕੀ ਰਾਜੇ ਵੀ ਰੱਖਦੇ ਸੀ, ਪਰ ਬਾਜ ਰੱਖਿਆ ਤੇ ਬਾਜਾਂ ਵਾਲੇ। ਘੋੜੇ ਦਾ ਨਾਮ ਨੀਲਾ, ਸਤਿਗੁਰਾਂ ਦੇ ਘੋੜੇ ਦਾ ਨਾਮ ਸੀ ਨੀਲਾ। ਰੰਗ ਨਹੀਂ ਸੀ ਨੀਲਾ ਹੈਗਾ, ਨਾਮ ਸੀਗਾ ਨੀਲਾ। ਤੇ ਸਤਿਗੁਰੂ ਦੇ ਘੋੜੇ ਦਾ ਨਾਮ ਵੀ ਪ੍ਰਸਿੱਧ ਹੋ ਗਿਆ, ਨੀਲੇ ਦੇ ਸ਼ਾਹ ਸਵਾਰ ਗੁਰੂ ਗੋਬਿੰਦ ਸਿੰਘ ਜੀ। ਹਾਂਜੀ। ਸਿਰ ਤੁੰਗ ਸੋ ਕਲਗੀ ਰਹਿ ਸੁਹਾਏ ਪੁਨ ਜਿਗਾ ਕਰਨ ਕੁੰਡਲ ਬਨਾਏ। ਗਰੀਬ ਨਵਾਜ ਜਿਗਾ ਸਜਾਉਂਦੇ, ਕਲਗੀ ਸਜਾਉਂਦੇ। ਜਬ ਪੌਰ ਆਏ ਦਰਸ਼ਨ ਹੋਏ ਸਿਰ ਨਿਮਰ ਹਜ਼ਾਰੋਂ ਰਹਿ ਖਰੋਏ। ਤੇ ਜਬ ਪੌਰ ਆਏ ਦਰਸ਼ਨ ਹੋਏ, ਮਹਾਰਾਜ ਫਿਰ ਆਉਂਦੇ ਆ ਬਾਹਰ, ਦੀਵਾਨ 'ਚ ਸਜਦੇ ਆ, ਸੰਗਤਾਂ ਨੂੰ ਦਰਸ਼ਨ ਹੁੰਦੇ ਆ। ਸਿਰ ਨਿਮਹੇ ਹਜ਼ਾਰੋਂ ਰਹੇ ਖਲੋਏ, ਹਜ਼ਾਰਾਂ ਲੋਕ ਆਨੰਦਪੁਰ ਸਾਹਿਬ ਵਿੱਚ ਸਿਰ ਨਿਵਾ ਕੇ ਖਲੋਤੇ ਰਹਿੰਦੇ ਸੀ, ਸਾਨੂੰ ਕਦੋਂ ਦਰਸ਼ਨ ਹੋਣਗੇ। ਪਰਸਨੈਲਿਟੀ ਇਹੋ ਜੀ ਸੀ ਸਤਿਗੁਰੂ ਜੀ ਦੀ ਜੀ। ਹਾਂਜੀ। ਪੁੰਨ ਸਭਾ ਮਾਹੇ ਪਹੁੰਚੇ ਮੁਕੰਦ। ਤੇ ਜਦੋਂ ਮੁਕਤੀ ਦੇ ਦਾਤੇ ਸਤਿਗੁਰੂ ਜੀ ਸਭਾ ਵਿੱਚ ਪਹੁੰਚਦੇ ਨਾ ਜੀ, ਸ਼ੁਭ ਸਜੈ ਸਿੰਘਾਸਨ ਦੁੱਤ ਬਿਲੰਦ। ਤੇ ਆਪਣੇ ਸਿੰਘਾਸਨ ਦੇ ਉੱਤੇ ਗਰੀਬ ਨਵਾਜ ਜਦੋਂ ਸਜਦੇ, ਬੈਠੇ ਪ੍ਰਸੰਨ ਸਿਰ ਢੁਰਤ ਚੌਰ। ਤੇ ਸਤਿਗੁਰੂ ਜੀ ਆਸਣ ਉੱਤੇ ਸਜਦੇ ਤੇ ਚੌਰ ਕਰਨ ਵਾਲਾ ਸਿੱਖ ਬੜੇ ਪਿਆਰ ਨਾਲ ਚੌਰ ਕਰਦਾ ਜੀ। ਹਾਂਜੀ। ਸੁਧ ਪਾਏ ਸੰਗਤਾਂ ਆਏ ਪੌਰ। ਐਨ ਸੰਗਤਾਂ ਆ ਕੇ ਪੰਡਾਲ ਵਿੱਚ ਬੈਠਦੀਆਂ, ਐ ਦੂਰੋਂ ਦੂਰੋਂ ਦਰਸ਼ਨ ਹੁੰਦੇ ਜੀ ਸਾਰਿਆਂ ਨੂੰ। ਧਰ ਧਰ ਅਕੋਰ ਜੁਗ ਹਾਥ ਜੋਰ ਪਗ ਕਮਲ ਔਰ ਬੰਦਤ ਨਿਹੋਰ। ਤੇ ਸੰਗਤਾਂ ਪੇਟਾਵਾਂ ਰੱਖ ਕੇ ਸਤਿਗੁਰੂ ਜੀ ਦੇ ਚਰਨਾਂ ਨੂੰ ਵੇਖ ਕੇ ਨਮਸਕਾਰ ਕਰਦੀਆਂ। ਸੁਰਤ ਟਿਕਾਓ, ਤੁਸੀਂ ਵੀ ਮਹਿਸੂਸ ਕਰੋ ਮਹਾਰਾਜ ਬਾਜਾਂ ਵਾਲੇ ਬੈਠੇ ਆ ਤੇ ਆਪਾਂ ਮੱਥਾ ਟੇਕ ਰਹੇ ਮਹਾਰਾਜ ਨੂੰ ਜੀ। ਪਿਆਰ ਨਾਲ ਕਹੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹਾਂਜੀ। ਥਿਰ ਹੋਏ ਦਰਸ਼ਕੋਂ ਦੇ ਕਿਰਪਾਲ ਪੁਰਅੰਤ ਭਾਵਨਾ ਦਾਸ ਜਾਲ। ਦਰਸ਼ਨ ਕਰਦੇ ਸਤਿਗੁਰੂ ਜੀ, ਵਾਹਿਗੁਰੂ ਸਤਿਗੁਰੂ ਜੀ ਦਰਸ਼ਨ ਦਿੰਦੇ ਤੇ ਦਰਸ਼ਨ ਕਰਕੇ ਲੰਮਾ ਸਮਾਂ ਅੱਗੇ ਖਲੋਣ ਦਾ ਟਾਈਮ ਨਹੀਂ ਸੀ ਹੁੰਦਾ ਜੀ। ਵੀ ਦਰਸ਼ਨ ਕਰ ਕਰਕੇ ਜਾਈ ਜਾਂਦੇ ਸੀ ਸਾਰੇ। ਪਰ ਪੁਰਅੰਤ ਭਾਵਨਾ ਦਾਸ ਜਾਲ, ਜਿੰਨੇ ਸਿੱਖ ਆਏ ਹੁੰਦੇ ਸੀਗੇ, ਕੋਈ ਨਹੀਂ ਸੀ ਕਹਿੰਦਾ ਵੀ ਮੈਂ ਦਰਸ਼ਨ ਕੀਤੇ ਤੇ ਮੇਰੀ ਕਾਮਨਾ ਨਹੀਂ ਪੂਰੀ ਹੋਈ ਦੀ। ਸਾਰਿਆਂ ਦੀ ਕਾਮਨਾ ਵੀ ਪੂਰੀ ਕਰ ਦਿੰਦੇ ਸੀ। ਇੱਕ ਟਾਈਮ ਹਜ਼ਾਰਾਂ ਲੋਕ ਸਤਿਗੁਰੂ ਨੂੰ ਨਮਸਕਾਰ ਕਰਦੇ ਤੇ ਸਤਿਗੁਰੂ ਹਜ਼ਾਰਾਂ ਦੀ ਕਾਮਨਾ ਉਸੇ ਵੇਲੇ ਪੂਰੀ ਕਰ ਦਿੰਦੇ ਜੀ। ਹਾਂਜੀ। ਧਨ ਆਦ ਵਸਤ ਕੇ ਲਗ ਅੰਬਾਰ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮਾਇਆ ਦੇ ਤੇ ਢੇਰ ਲੱਗ ਜਾਂਦੇ ਸੀਗੇ ਜੀ। ਬਹੁ ਬਸਤਰ ਸ਼ਸਤਰ ਜਿਨ ਮੁੱਲ ਉਦਾਰ। ਬਸਤਰ ਸ਼ਸਤਰ ਇਹਨਾਂ ਦੇ ਵੀ ਢੇਰ ਲੱਗ ਜਾਣੇ ਜੀ। ਹਾਏ ਲਿਆਏ ਖਰਚ ਕਰ ਧਨ ਬਿਲੰਦ ਗੁਰ ਖੁਸ਼ੀ ਚਾਹੇ ਕਰ ਬੰਦ ਬੰਦ। ਸੋ ਘੋੜੇ ਸ਼ਸਤਰ ਹਥਿਆਰ ਗੁਰੂ ਕੇ ਸਿੱਖ ਸਤਿਗੁਰੂ ਜੀ ਵਾਸਤੇ ਲੈ ਕੇ ਆ ਰਹੇ ਨੇ। ਇਸ ਤਰੀਕੇ ਨਾਲ
ਆਨੰਦਪੁਰੀ ਦੇ ਵਿੱਚ ਸਤਿਗੁਰੂ ਆਪਣੇ ਦਰਸ਼ਨਾਂ ਦਾ ਆਨੰਦ ਵਰਤਾ ਰਹੇ ਹੈ। 16 ਸਾਲਾਂ ਦੀ ਉਮਰ ਹੈ, ਪਰ ਜਿਹੜਾ ਜਿਹੜਾ ਦਰਸ਼ਨ ਕਰਦਾ ਹੈ, ਕਹਿ ਉੱਠਦਾ ਹੈ ਵੀ ਅੱਜ ਖੁਦਾ ਦੇ ਦਰਸ਼ਨ ਹੋਏ ਹੈ, ਅੱਜ ਵਾਹਿਗੁਰੂ ਦੇ ਦਰਸ਼ਨ ਹੋਏ ਹੈ, ਅੱਜ ਪਰਮੇਸ਼ਰ ਦੇ ਦਰਸ਼ਨ ਹੋਏ ਹੈ। ਪੀਰ ਬੁੱਧੂ ਸ਼ਾਹ ਸਤਿਗੁਰੂ ਜੀ ਦੇ ਕੋਲ ਆਉਂਦਾ, ਮੁਸਲਮਾਨ ਸੀ, ਬੜਾ ਕੁਝ ਕੀਤਾ ਉਹਨੇ, ਬੜਾ ਕੁਝ ਕੀਤਾ, ਮਨ ਨਹੀਂ ਸੀ ਟਿਕਿਆ। ਬੜੇ ਯਤਨ ਕੀਤੇ, ਬੜੀਆਂ ਨਮਾਜ਼ਾਂ ਪੜ੍ਹੀਆਂ, ਮਨ ਨਹੀਂ ਸੀ ਟਿਕਦਾ। ਜਦੋਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੀ ਕੀਤੇ ਨਾ, ਤੇ ਪੀਰ ਬੁੱਧੂ ਸ਼ਾਹ ਨਿਹਾਲ ਹੋ ਗਿਆ ਸੀਗਾ ਜੀ। ਇਹ ਦਰਸ਼ਨ ਨੇ ਸਤਿਗੁਰੂ ਜੀ ਦੇ। ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਨੂੰ ਉਹਨਾਂ ਦਰਸ਼ਨਾਂ ਦਾ ਝਲਕਾਰਾ, ਆਨੰਦ, ਰਸ, ਪ੍ਰੇਮ ਪ੍ਰਾਪਤ ਹੋਵੇ। ਇਹ ਸਤਿਗੁਰੂ ਜੀ ਕਿਰਪਾ ਕਰਨ। ਆਓ ਜਿਹੜੀ ਆਰੰਭਤਾ ਤੇ ਪੰਕਤੀ ਪੜ੍ਹੀ ਸੀ, ਧਰੋ ਮਹਾਰਾਜ ਦੇ ਚਰਨਾਂ ਦਾ ਧਿਆਨ ਤੇ ਪ੍ਰੇਮ ਨਾਲ ਕਹਿਣਾ ਜੀ। ਤੇਰੋ ਅੰਤ ਨਾ ਕਿਨਹੀ ਲਹੀਐ, ਤੇਰੋ ਅੰਤ ਨਾ ਕਿਨਹੀ ਲਹੀਐ, ਤੇਰੋ ਤੇਰੋ ਅੰਤ ਨਾ ਕਿਨਹੀ ਲਹੀਐ, ਤੇਰੋ ਅੰਤ ਨਾ ਕਿਨਹੀ ਲਹੀਐ। ਮਤਲਬ ਕਿਸੇ ਨੇ ਵੀ ਅੰਤ ਨਹੀਂ ਪਾਇਆ ਜੀ, ਕਿਸੇ ਨੇ ਨਹੀਂ ਅੰਤ ਪਾਇਆ ਸਤਿਗੁਰੂ ਜੀ ਦੇ ਗੁਣਾਂ ਦਾ। ਫਿਰ ਪ੍ਰੇਮ ਨਾਲ। ਤੇਰੋ ਅੰਤ ਨਾ ਕਿਨਹੀ ਲਹੀਐ, ਤੇਰੋ ਅੰਤ ਨਾ ਕਿਨਹੀ ਲਹੀਐ, ਤੇਰੋ ਤੇਰੋ ਅੰਤ ਨਾ ਕਿਨਹੀ ਲਹੀਐ, ਤੇਰੋ ਅੰਤ ਨਾ ਕਿਨਹੀ ਲਹੀਐ, ਤੇਰੋ ਜਿਹਵਾ ਏਕ ਕਮਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਮਿਹਰ ਕਰਨ, ਸਾਰਿਆਂ ਦੀ ਹਾਜ਼ਰੀ ਸਤਿਗੁਰੂ ਜੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਸਭ ਨੂੰ ਜੀ ਆਇਆਂ ਨੂੰ ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।